मैं स्टार्ट किया सीगा, लोगों ने मैनूं बहुत मजाक किया भी तूं आह की कर रहे हैं। पर हुण की है, हुण समा चेंज हो गया, लोग राय लैण आउंदे ने भी ये किस तरह हो जांदा। मैनूं बड़ा दुख लगदा सीगा जदों मैं देखदा सीगा भी कोई किसान 2 ਲੱਖ रुपये ਦੇ ਪਿੱਛੇ ਸੁਸਾਈਡ कर ਰਿਹਾ ਜਾਂ ਕੋਈ ਬੈਂਕ ਵਾਲਾ ਉਹਦੀ ਬੇਇੱਜ਼ਤੀ ਕਰ ਰਿਹਾ ਕਿ ਮੈਂ ਇਸ ਚੀਜ਼ ਨੂੰ ਤੋੜਨਾ ਚਾਹੁੰਦਾ ਸੀ। ਕਰੋਨਾ ਦੇ ਦੌਰਾਨ ਫਿਰ ਵੀ ਮੇਰਾ 4,85,000 ਰੁਪਏ ਪਰ ਏਕੜ ਦੇ ਹਿਸਾਬ ਨਾਲ ਮੇਰੀ ਆਊਟਪੁੱਟ ਰੱਖੀ ਹੈ, ਤੇ ਇਦੋਂ ਪਿੱਛੇ ਚਲੇ ਜਾਂਦੇ ਆ ਤਾਂ ਤਕਰੀਬਨ 7.5 ਲੱਖ ਰੁਪਏ ਪਰ ਏਕੜ ਦੇ ਹਿਸਾਬ ਨਾਲ ਮੇਰੀ ਨਿੰਬੂ ਦੀ ਪ੍ਰੋਡਕਸ਼ਨ ਸੀਗੀ। ਜਿਵੇਂ ਕਿ ਅਕਸਰ ਲੋਕ ਕਹਿੰਦੇ ਹਨ ਕਿ ਕਿਸਾਨੀ ਧੰਦਾ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ, ਇਹ ਘਾਟੇ ਦਾ ਧੰਦਾ ਬਣ ਗਿਆ ਹੈ। ਉੱਥੇ ਹੀ ਅਸੀਂ ਅੱਜ ਤੁਹਾਨੂੰ ਇੱਕ ਅਜਿਹੋ ਜਿਹੇ ਸ਼ਖਸ ਨੂੰ ਮਿਲਾਉਣ ਜਾ ਰਹੇ ਹਾਂ ਜੋ ਕਿ ਇੱਕ ਆਪਣਾ 8 ਲੱਖ ਰੁਪਏ ਦਾ ਪੈਕੇਜ ਛੱਡ ਕੇ ਆਰਗੈਨਿਕ ਖੇਤੀ ਕਰਨ ਲੱਗ ਗਿਆ ਹੈ। ਉਹ ਹਲਕਾ ਸਮਰਾਲਾ ਦੇ ਪਿੰਡ ਗਹਿਲੇਵਾਲ ਦਾ ਬਿਕਰਮਜੀਤ ਸਿੰਘ ਹੈ। ਅਸੀਂ ਉਸ ਨਾਲ ਗੱਲਬਾਤ ਕਰਾਂਗੇ। ਉਸਨੇ ਆਰਗੈਨਿਕ ਖੇਤੀ ਸ਼ੁਰੂ ਕਰੀ ਹੈ ਅਤੇ ਲੱਖਾਂ ਰੁਪਏ ਦਾ ਫਾਇਦਾ ਕਮਾ ਰਿਹਾ, ਅਤੇ ਜਿਹੜੀ ਖਾਦ ਵੀ ਆ ਆਰਗੈਨਿਕ ਆਪ ਹੀ ਤਿਆਰ ਕਰਦਾ ਹੈ। ਉਸ ਨਾਲ ਗੱਲਬਾਤ ਕਰਦੇ ਹਾਂ। ਬਿਕਰਮ ਜੀ, ਜਿਹੜਾ ਤੁਸੀਂ ਇਹ ਲਾਹੇਵੰਦ ਧੰਦੇ ਦੇ ਵਿੱਚ ਕਹਿੰਦੇ ਸੀ ਖਤਮ ਹੋ ਚੁੱਕਿਆ, ਹੁਣ ਇਸ ਧੰਦੇ ਵਿੱਚ ਕਿਵੇਂ ਆਏ? ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਅੱਜ ਤੋਂ ਪਹਿਲਾਂ ਤਕਰੀਬਨ ਮੈਂ 4 ਸਾਲ ਦੇ ਵਿੱਚ ਮੈਂ ਤਕਰੀਬਨ 11 ਸਾਲ ਤੋਂ ਪਿਛਲੀ ਜੋਬ ਕਰ ਰਿਹਾ ਜੀ। ਜੋਬ ਦੇ ਦੌਰਾਨ ਮੈਂ ਦੇਖਿਆ ਵੀ ਅਸੀਂ ਤਾਂ ਕਮਾ ਰਹੇ ਹਾਂ, ਪਰ ਜਿਹੜੇ ਸਾਡੇ ਕਿਸਾਨ ਜਿਵੇਂ ਮੇਰੇ ਸਰਕਲ ਦੇ ਵਿੱਚ ਮੇਰੇ ਜੋ ਫਰੈਂਡ ਸਰਕਲ ਦੇ ਵਿੱਚ ਲਾ ਲਓ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ, ਉਹ ਲੋਕ ਥੱਲੇ ਜਾ ਰਹੇ ਨੇ। ਮੈਨੂੰ ਬੜਾ ਦੁੱਖ ਲੱਗਦਾ ਸੀਗਾ ਜਦੋਂ ਮੈਂ ਦੇਖਦਾ ਸੀਗਾ ਵੀ ਕੋਈ ਕਿਸਾਨ 2 ਲੱਖ ਰੁਪਏ ਦੇ ਪਿੱਛੇ ਸੁਸਾਈਡ ਕਰ ਰਿਹਾ ਜਾਂ ਕੋਈ ਬੈਂਕ ਵਾਲਾ ਉਹਦੀ ਬੇਇੱਜ਼ਤੀ ਕਰ ਰਿਹਾ ਕਿ ਮੈਂ ਇਸ ਚੀਜ਼ ਨੂੰ ਤੋੜਨਾ ਚਾਹੁੰਦਾ ਸੀ। ਮੈਂ ਇਸ ਨੂੰ ਤੋੜਨ ਮੈਂ ਇੰਨੇ ਦਾ ਮੈਂ ਸਰਮਾਏਦਾਰ ਨਹੀਂ ਸੀਗਾ ਵੀ ਮੈਂ ਕਿਸੇ ਦੀ ਹੈਲਪ ਕਰ ਸਕਦਾ। ਉਸ ਲਈ ਮੈਂ ਇੱਕ ਦੇਖਿਆ ਵੀ ਕੋਈ ਐਕਸਪੈਰੀਮੈਂਟ ਕੀਤਾ ਜਾਵੇ, ਕੋਈ ਤਜਰਬਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸੇਧ ਦਿੱਤੀ ਜਾ ਸਕੇ। ਮੈਂ ਕੀ ਕੀਤਾ ਜੀ, ਥੋੜ੍ਹੇ ਜਿਹੇ ਖੇਤਰ ਦੇ ਵਿੱਚ ਮੈਂ ਬਾਗਬਾਨੀ ਸ਼ੁਰੂ ਕੀਤੀ। ਮੈਂ ਅਲੱਗ-ਅਲੱਗ ਤਰ੍ਹਾਂ ਦੇ ਨਿੰਬੂ ਦੇ ਵੈਰਾਈਟੀ ਲੈ ਕੇ ਆਇਆ ਬਾਹਰੋਂ, ਪੰਜਾਬ ਤੋਂ ਬਾਹਰੋਂ ਮੈਂ 11 ਤਰ੍ਹਾਂ ਦੀ ਵੈਰਾਈਟੀ ਲਾਈ ਲਿਆ ਕੇ, ਜਿਹਨੂੰ ਮੈਂ 3 ਸਾਲ ਦੀ ਰਿਸਰਚ ਤੋਂ ਬਾਅਦ ਫਿਰ ਮੈਂ 2 ਏਕੜ ਦੇ ਵਿੱਚ ਪਲਾਂਟੇਸ਼ਨ ਕੀਤੀ, ਜਿਹਦਾ ਰਿਜ਼ਲਟ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ। ਅਤੇ ਮੈਂ ਪੈਕੇਜ ਨੂੰ ਜਿਹੜਾ ਮੇਰਾ ਪੈਕੇਜ ਸੀ ਇਹ ਮੈਂ ਉਹਨੂੰ ਛੱਡਣ ਦੀ ਹਿੰਮਤ ਕਰ ਪਾਇਆ। ਉਸ ਤੋਂ ਬਾਅਦ ਮੈਂ ਇਸ ਕੰਮ ਨੂੰ ਥੋੜ੍ਹਾ ਜਿਹਾ ਵਧਾਇਆ ਅਤੇ ਅੱਗੇ ਹੋਰ ਵੀ ਬਾਗ ਪ੍ਰੋਡਿਊਸ ਕੀਤੇ। ਤਕਰੀਬਨ ਮੈਂ ਹੁਣ ਇਸ ਟਾਈਮ 35 ਤੋਂ 40 ਕਿੱਲੇ ਬਾਗ ਦੇ ਵਿੱਚ ਲਗਾ ਰਹੇ ਹਾਂ, ਜਿਹਦੇ 100% ਅਸੀਂ ਔਰਗੈਨਿਕ ਵੱਲ ਨੂੰ ਜਾ ਰਹੇ ਹਾਂ। ਜੋ ਸਾਡੇ ਇੱਥੇ ਪਿੰਡ ਗਹਿਲੇਵਾਲ ਦੇ ਵਿੱਚ ਆ, ਇਹ ਤਕਰੀਬਨ ਸਾਡੀ ਸਾਰੀ ਔਰਗੈਨਿਕ ਜ਼ਮੀਨ ਆ, ਇਹ ਪੰਜਾਬ ਐਗਰੋ ਤੋਂ ਸਰਟੀਫਾਈਡ ਆ। ਅਤੇ ਅਸੀਂ ਜਿਹੜੀ ਇਹਦੇ ਵਿੱਚ ਫਸਲ ਬੀਜਦੇ ਹਾਂ ਜਾਂ ਸਬਜ਼ੀਆਂ ਬੀਜਦੇ ਹਾਂ, ਉਹ ਸਾਰੀਆਂ ਅਸੀਂ ਆਪਣੇ ਹੀ ਆਊਟਲੈਟ 'ਤੇ ਸੇਲ ਕਰਦੇ ਹਾਂ, ਜੋ ਔਰਗੈਨਿਕ ਦੇ ਵਿੱਚ ਸਾਡੇ ਚੰਗੇ ਮੁਨਾਫੇ ਦੇ ਵਿੱਚ ਸਾਰੀਆਂ ਵਿਕ ਜਾਂਦੀਆਂ ਨੇ। ਜਿਹੜੀ ਜਿਵੇਂ ਕਿ ਤੁਸੀਂ 8 ਲੱਖ ਰੁਪਏ ਦਾ ਪੈਕੇਜ ਸੀਗਾ, ਉਹਦੇ ਤੋਂ ਛੱਡ ਕੇ ਇੱਥੇ ਕਿੰਨਾ ਕੁ ਜਿਹੜੀ ਕਮਾਈ ਕਰ ਲੈਂਦੇ ਹੋ ਆਰਗੈਨਿਕ ਖੇਤੀ ਸ਼ੁਰੂ ਕਰੀ ਜਾਂਦੀ ਤੁਸੀਂ? ਮੇਰਾ ਲਾਸਟ ਈਅਰ ਦਾ ਜਿਹੜਾ ਸਾਲ ਦਾ ਨਿੰਬੂ ਸੀਗਾ ਕਰੋਨਾ ਦੇ ਦੌਰਾਨ, ਫਿਰ ਵੀ ਮੇਰਾ 4,85,000 ਰੁਪਏ ਪਰ ਏਕੜ ਦੇ ਹਿਸਾਬ ਨਾਲ ਮੇਰੀ ਆਊਟਪੁੱਟ ਰੱਖੀ ਹੈ, ਅਤੇ ਇਦੋਂ ਪਿੱਛੇ ਚਲੇ ਜਾਂਦੇ ਆ ਤਾਂ ਤਕਰੀਬਨ 7.5 ਲੱਖ ਰੁਪਏ ਪਰ ਏਕੜ ਦੇ ਹਿਸਾਬ ਨਾਲ ਮੇਰੀ ਨਿੰਬੂ ਦੀ ਪ੍ਰੋਡਕਸ਼ਨ ਸੀਗੀ। ਅਤੇ ਇਸ ਵਾਰ ਵੀ ਰੇਟ ਕੋਈ ਜ਼ਿਆਦਾ ਵਧੀਆ ਨਹੀਂ ਹੈਗਾ। ਜੋ ਮੈਂ ਕੱਲ੍ਹ ਮੰਡੀਕਰਨ ਕੀਤੀ ਆ ਉਹਦੇ ਵਿੱਚ ਜਿਹੜਾ ਮੰਡੀ ਦਾ ਰੇਟ ਸੀਗਾ, ਕਿਉਂਕਿ ਮੇਰੇ ਕੋਲ ਜ਼ਿਆਦਾ ਸਮਾਨ ਸੀਗਾ, ਮੈਂ ਔਰਗੈਨਿਕ ਦੇ ਵਿੱਚ ਇੰਨਾ ਨਹੀਂ ਵੇਚ ਸਕਦੇ ਸੀਗੇ, ਸਾਡਾ 38 ਰੁਪਏ ਦੇ ਹਿਸਾਬ ਨਾਲ ਨਿੰਬੂ ਸੇਲ ਹੋਇਆ ਜੋ ਅਸੀਂ ਕੱਲ੍ਹ ਮੰਡੀ ਕੀਤਾ ਸੀਗਾ। ਪਰ ਆਉਣ ਵਾਲੇ ਸਮੇਂ 'ਚ ਜਿਵੇਂ ਜਿਵੇਂ ਗਰਮੀ ਵਧੂਗੀ, ਉਮੀਦ ਆ ਵੀ ਨਿੰਬੂ ਦਾ ਰੇਟ ਕਾਫੀ ਵਧੀਆ ਹੋਏਗਾ। ਇਸ ਸਾਲ ਜੋ ਗਣਿਤ ਆ ਅੱਗੇ ਨਾਲੋਂ ਚੇਂਜ ਹੋਊਗਾ। ਜਿਵੇਂ ਕਿ ਕਿਹਾ ਜਾਂਦਾ ਜਿਹੜੀ ਆਰਗੈਨਿਕ ਜ਼ਮੀਨ ਕਰਨ ਲਈ ਵੀ ਬਹੁਤ ਟਾਈਮ ਲੱਗ ਜਾਂਦਾ, ਤੁਸੀਂ ਜਿਹੜੀ ਇਹ ਜ਼ਮੀਨ ਨੂੰ ਕਿਵੇਂ ਆਰਗੈਨਿਕ ਕੀਤਾ ਅਤੇ ਤੁਹਾਡੀ ਪੂਰੀ ਹੋ ਚੁੱਕੀ ਹੈ ਆਰਗੈਨਿਕ? ਹਾਂਜੀ ਸਰ, ਮੈਂ ਇਹ ਤਕਰੀਬਨ 5 ਸਾਲ ਤੋਂ ਕੋਈ ਫਰਟੀਲਾਈਜ਼ਰ ਜਾਂ ਕੋਈ ਕੈਮੀਕਲ ਖੇਤ ਦੇ ਵਿੱਚ ਨਹੀਂ ਯੂਜ਼ ਕੀਤਾ। ਇਹਦੇ ਲਈ 3 ਸਾਲ ਦਾ ਸਮਾਂ ਹੁੰਦਾ। ਜੋ ਪੰਜਾਬ ਐਗਰੋ ਤੋਂ ਸਰਟੀਫਿਕੇਸ਼ਨ ਕਰਾਉਣੇ ਦਾ ਆਪਾਂ ਨੂੰ 3 ਸਾਲ ਦਾ ਸਮਾਂ ਲੱਗਦਾ ਖੇਤ ਨੂੰ ਆਰਗੈਨਿਕ ਦੇ ਵਿੱਚ ਕਰਨ ਲਈ। ਅਤੇ ਅਸੀਂ ਤਕਰੀਬਨ ਸਾਡਾ ਇਹ 30 ਸਾਲ ਆ, ਸਾਡਾ ਇਸ ਸਾਲ ਪੂਰਾ ਹੋ ਗਿਆ ਜੀ। ਅਤੇ ਇਸ ਦੇ ਨਾਲ ਨਾਲ ਅਸੀਂ ਕੀ ਕਰਦੇ ਹਾਂ, ਅਸੀਂ ਹੋਰ ਕਿਸਾਨਾਂ ਨੂੰ ਵੀ ਉਤਸ਼ਾਹਿਤ ਕਰਦੇ ਹਾਂ ਵੀ ਤੁਸੀਂ ਔਰਗੈਨਿਕ ਖੇਤੀ ਲਾਓ। ਜਿਵੇਂ ਮੰਨ ਲਓ ਅਜੋਲਾ ਖਾਦ ਹੋ ਗਈ, ਅਜੋਲਾ ਅਸੀਂ ਲੋਕਾਂ ਨੂੰ ਫ੍ਰੀ ਆਫ ਕੋਸਟ ਦਿੰਦੇ ਹਾਂ। ਮੇਰੇ ਕੋਲ ਅਜੋਲਾ ਹੈ, ਮੈਂ ਵੰਡਦਾ ਫ੍ਰੀ। ਮੈਂ ਕਹਿੰਦਾ ਵੀ ਤੁਸੀਂ ਮੰਨ ਲਓ ਮੁਰਗੀਆਂ ਰੱਖੀਆਂ ਹੋਈਆਂ ਜਾਂ ਤੁਸੀਂ ਡੰਗਰ ਰੱਖੇ ਹੋਏ ਨੇ ਤਾਂ ਤੁਸੀਂ ਫ੍ਰੀ ਦੇ ਵਿੱਚ ਅਜੋਲਾ ਤਿਆਰ ਕਰੋ, ਤਾਂ ਕਿ ਤੁਹਾਡੀ ਫੀਡ ਦੀ ਕੋਸਟ ਆ ਉਹ ਤਕਰੀਬਨ 50% ਤੱਕ ਲੈਸ ਹੋ ਜਾਂਦੀ ਹੈ। ਜਿਹੜੀਆਂ ਹੋਰ ਆਰਗੈਨਿਕ ਖਾਦਾਂ ਨੇ ਕਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਲਾਹੇਵੰਦ ਹੁੰਦਾ? ਜਿਵੇਂ ਕਿ ਲੋਕ ਜਿਵੇਂ ਪਰਾਲੀ ਹੋ ਗਈ ਉਹਨੂੰ ਅੱਗ ਲਾ ਦਿੰਦੇ ਨੇ, ਉਹਦੇ ਨਾਲ ਵੀ ਪੋਲਿਊਸ਼ਨ ਫੈਲਦਾ, ਉਹਨੂੰ ਕਿਵੇਂ ਤੁਸੀਂ ਬਚਾਅ ਕਰਦੇ ਹੋ, ਕੀ ਹੈਗਾ? ਅਸੀਂ ਜਿਵੇਂ ਮੰਨ ਲਓ ਦਿੱਲੀ NCR ਨੇ ਇੱਕ ਡੀਕੰਪੋਜ਼ਰ ਤਿਆਰ ਕੀਤਾ ਜੀ। ਉਹ ਜਿਹੜਾ ਡੀਕੰਪੋਜ਼ਰ ਆ ਉਹ ਕੀ ਕਰਦਾ, ਮੰਨ ਲਓ ਉਹ ਤਿਆਰ ਕਰਨ ਦੀ ਵਿਧੀ ਕੀ ਆ ਵੀ ਅਸੀਂ ਮੰਨ ਲਓ 5 ਲੀਟਰ ਪਾਣੀ ਦੇ ਵਿੱਚ 100 ਗ੍ਰਾਮ ਗੁੜ ਪਾ ਕੇ ਜਿਹੜਾ ਬੈਕਟੀਰੀਆ ਛੱਡ ਦਿੰਦੇ ਹਾਂ। ਉਸ ਤੋਂ ਬਾਅਦ ਜਦੋਂ 5 ਤੋਂ 7 ਦਿਨ ਦੇ ਵਿੱਚ ਬਣ ਜਾਂਦਾ, ਉਹਨੂੰ ਅਸੀਂ 200 ਲੀਟਰ ਡਰਮ ਦੇ ਵਿੱਚ ਪਾ ਦਿੰਦੇ ਹਾਂ। 5 ਕਿੱਲੋ ਜਾਂ 2 ਕਿੱਲੋ ਅਸੀਂ ਗੁੜ ਮੈਕਸੀਮਮ ਪਾ ਸਕਦੇ ਹਾਂ ਉਹ 'ਚ। ਅਤੇ ਉਹ ਗੁੜ ਤੋਂ ਬਾਅਦ ਉਹਨੂੰ ਅਸੀਂ ਸਪਰੇਅ ਕਰਨੀ ਹੁੰਦੀ ਹੈ। ਮੰਨ ਲਓ ਆਪਣਾ ਜਦੋਂ ਆਪਾਂ ਜੀਰੀ ਵੱਢ ਲਈ, ਜੀਰੀ ਤੋਂ ਵੱਢਣ ਤੋਂ ਬਾਅਦ ਜਿਹੜਾ ਉਹ
ਪਰਾਲੀ ਪਿੱਛੇ ਬਚੀ ਹੋਈ ਹੈ ਕੰਪਾਈਨ ਦੀ, ਅਸੀਂ ਉਹਦੇ ਉੱਤੇ ਸਪਰੇਅ ਕਰ ਦੇਣੀ ਹੈ। ਸਪਰੇਅ ਕਰਨ ਤੋਂ ਬਾਅਦ ਉਹਨੂੰ ਅਸੀਂ ਪਾਣੀ ਲਾ ਦੇਣਾ, ਪਾਣੀ ਲਾ ਕੇ ਉਹਨੂੰ ਅਸੀਂ ਵਾਹ ਦੇਣਾ। ਵਾਹੁਣ ਤੋਂ ਬਾਅਦ ਤੁਸੀਂ ਦੇਖੋਗੇ ਵੀ 20 ਦਿਨ ਦੇ ਵਿੱਚ ਜਿਹੜੀ ਉਹ ਪਰਾਲੀ ਆ ਉਹ ਤਕਰੀਬਨ ਖਾਦ ਬਣ ਜਾਂਦੀ ਹੈ, ਜੋ ਕਿ ਕਿਸਾਨਾਂ ਨੂੰ ਜਾਲਣ ਦੀ ਲੋੜ ਨਹੀਂ। ਉਹ ਗ੍ਰੀਨ ਮੈਟਰ ਦੇ ਤੌਰ 'ਤੇ ਕਿਸਾਨਾਂ ਦੀ ਇੱਕ ਫਸਲ ਨੂੰ ਉਪਜਾਊ ਕਰਦੀ ਹੈ। ਜਿਵੇਂ ਇੱਕ ਹੋਰ ਵੀ ਜਿਹੜੀ ਖਾਦ ਕਹਿੰਦੇ ਹੋ ਗੰਡੋਇਆਂ ਤੋਂ ਖਾਦ ਬਣਾਈ ਜਾਂਦੀ ਆ, ਉਹ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ? ਗੰਡੋਏ ਕਿੱਥੋਂ ਲੈਂਦੇ ਹੋ, ਕਿਵੇਂ ਹੁੰਦਾ ਪੂਰਾ ਪ੍ਰੋਸੈਸ? ਜਿਹੜੀ ਗੰਡੋਇਆਂ ਵਾਲੀ ਖਾਦ ਆ ਜੀ, ਉਹ ਗੰਡੋਆ ਆਪਾਂ ਨੂੰ ਪਰਚੇਜ ਕਰਨਾ ਪੈਂਦਾ। ਇਹ ਹੈਸੀਨੀਆ ਫਰਟੀਟਾ ਇਹਦਾ ਨਾਮ ਆ ਜੀ, ਆਸਟ੍ਰੇਲੀਅਨ ਬਰੀਡ ਆ ਇਹ ਕੀ ਕਰਦੀ ਹੈ, ਇਹ ਮਿੱਟੀ ਨਹੀਂ ਖਾਂਦੀ ਜੀ, ਇਹ ਸਿਰਫ ਆਪਣਾ ਗ੍ਰੀਨ ਮੈਟਰ ਖਾਂਦੀ ਹੈ। ਜੇ ਮੰਨ ਲਓ ਜਿਵੇਂ ਗੋਹਾ ਹੋ ਗਿਆ ਜਾਂ ਕਿਚਨ ਵੇਸਟੇਜ ਹੋ ਗਈ, ਅਸੀਂ ਕੀ ਕਰਦੇ ਹਾਂ, ਜਿਹੜੀ ਸਾਡੀ ਕਿਚਨ ਵੇਸਟੇਜ ਆ ਅਸੀਂ ਉਹਨੂੰ ਵੀ ਯੂਜ਼ ਕਰਦੇ ਹਾਂ, ਅਤੇ ਨਾਲ ਅਸੀਂ ਪਲੱਸ ਗੋਹੇ ਨੂੰ ਯੂਜ਼ ਕਰਦੇ ਹਾਂ। ਅਸੀਂ ਇੱਕ ਬੈੱਡ ਬਣਾ ਕੇ, ਜਿਸ ਤਰ੍ਹਾਂ ਤੁਹਾਨੂੰ ਮੈਂ ਦਿਖਾਇਆ ਸੀ, ਜਿਵੇਂ ਬੈੱਡ ਬਣਾ ਕੇ ਅਸੀਂ ਉਹਦੇ ਉੱਤੇ ਗੋਹਾ ਪਾ ਦਿੰਦੇ ਹਾਂ। ਜੋ ਸਾਡਾ ਗ੍ਰੀਨ ਮੈਟਰ ਬਚਿਆ ਹੋਇਆ ਘਰ ਦਾ, ਸਬਜ਼ੀਆਂ ਦਾ ਕਚਰਾ ਜਾਂ ਹੋਰ ਵੀ ਉਹ ਵੀ ਚੀਜ਼ਾਂ ਅਸੀਂ ਵਿੱਚ ਐਡ ਕਰ ਦਿੰਦੇ ਹਾਂ। ਉਹ ਡੀਕੰਪੋਜ਼ ਹੋ ਜਾਂਦੀਆਂ ਨੇ ਥੋੜ੍ਹੇ ਦਿਨ ਦੇ ਵਿੱਚ। ਉਸ ਤੋਂ ਬਾਅਦ ਅਸੀਂ ਬੈੱਡ 'ਤੇ ਪਾ ਲਈਆਂ ਨੇ, ਜਦੋਂ ਉਹ ਮੰਨ ਲਓ 2 ਮਹੀਨੇ ਦੇ ਵਿੱਚ ਉਹ ਖਾਦ ਕਨਵਰਟ ਹੋ ਜਾਂਦੀ ਹੈ। ਮੰਨ ਲਓ 10 ਕੁਇੰਟਲ ਆਪਾਂ ਨੇ ਗੋਹਾ ਪਾਇਆ ਇੱਕ ਬੈੱਡ ਦੇ ਵਿੱਚ, ਤਾਂ ਉਹਦੇ ਵਿੱਚ ਤਕਰੀਬਨ 5 ਤੋਂ 5.5 6 ਕੁਇੰਟਲ ਤੱਕ ਖਾਦ ਤਿਆਰ ਹੋ ਜਾਂਦੀ ਹੈ। ਤੇ ਆਰਗੈਨਿਕ ਦੇ ਵਿੱਚ ਤੁਸੀਂ ਕਿਹੜੀ ਖੇਤੀ ਕਰਦੇ ਹੋ ਜਿਹੜੀ ਕਿ ਤੁਹਾਨੂੰ ਫਾਇਦਾ ਹੋਇਆ ਤੇ ਹੋਰ ਲੋਕਾਂ ਨੂੰ ਵੀ ਜਿਹੜਾ ਤੁਸੀਂ ਇਹਨੂੰ ਬੈਨੀਫਿਟ ਦਿਵਾਉਣਗੇ? ਅਸੀਂ ਆਰਗੈਨਿਕ ਦੇ ਵਿੱਚ ਜੀ ਨਿੰਬੂ ਲਾਇਆ ਹੋਇਆ। ਆਰਗੈਨਿਕ ਦੇ ਵਿੱਚ ਸਾਡਾ ਇਸ ਟਾਈਮ ਸਬਜ਼ੀਆਂ ਹੈਗੀਆਂ ਨੇ, ਬਾਕੀ ਚੀਜ਼ਾਂ ਸਾਰੀਆਂ ਕੈਮੀਕਲ ਵਾਲੀਆਂ ਨੇ। ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 1 ਤੋਂ 2 ਸਾਲ ਦੇ ਵਿੱਚ ਉਹਨਾਂ ਨੂੰ ਕਨਵਰਟ ਕਰ ਲਾਂਗੇ। ਕੁਛ ਸਾਡੇ ਜਿਵੇਂ ਮੰਨ ਲਓ ਗਰੁੱਪ ਦੇ ਵਿੱਚ ਅਸੀਂ ਨਾਲ ਹੋਰ ਸਾਡੇ ਨਾਲ ਬੰਦੇ ਕੰਮ ਕਰਦੇ, ਨਰਿੰਦਰ ਸਿੰਘ ਨੀਟਾ ਹੈਗੇ ਨੇ, ਹੋਰ ਸਾਡੇ ਕਈ ਹੈਗੇ ਨੇ, ਸਾਧੂ ਸਿੰਘ ਹੈਗੇ ਨੇ ਰੋਪੜ ਤੋਂ, ਕਾਫੀ ਬੰਦੇ ਨੇ ਜਿਹੜੇ ਸਾਡੇ ਗਰੁੱਪ ਦੇ ਵਿੱਚ ਨੇ। ਉੱਥੇ ਸਾਡੇ ਜਿਵੇਂ ਕੇਲਾ ਖੜਾ ਇਸ ਟਾਈਮ ਆਰਗੈਨਿਕ ਦੇ ਵਿੱਚ, ਡੈਜੀ ਖੜੀ ਆ, ਸੰਤਰਾ ਖੜਾ ਜੀ, ਪਪੀਤਾ ਹੈ, ਉਹ ਅਲੱਗ-ਅਲੱਗ ਵੈਰਾਈਟੀਆਂ ਨੇ ਜੋ ਸਾਡਾ ਗਰੁੱਪ ਦੇ ਵਿੱਚ ਲੱਗੀਆਂ ਹੋਈਆਂ ਨੇ। ਜਿਵੇਂ ਕਿਸਾਨ ਕਹਿੰਦੇ ਨੇ ਵੀ ਇਹ ਲਾਹੇਵੰਦ ਧੰਦਾ ਨਹੀਂ ਰਿਹਾ ਖੇਤੀ, ਤੁਸੀਂ ਕਹਿੰਦੇ ਹੋ ਪਰ ਏਕੜ ਤੋਂ ਅਸੀਂ 8 ਲੱਖ 9 ਲੱਖ ਵੀ ਕਮਾ ਲੈਂਦੇ ਹਾਂ, ਕਈ ਤਾਂ ਕਹਿੰਦੇ ਨੇ ਸਾਨੂੰ 10,000 ਰੁਪਈਆ ਵੀ ਨਹੀਂ ਬਚਦਾ। ਉਹ ਕੀ ਹਿਸਾਬ ਕਿਤਾਬ ਹੈਗਾ ਜੀ? ਇਹਦਾ ਹਿਸਾਬ ਕਿਤਾਬ ਇਹ ਹੈ ਜੀ, ਇਹਦਾ ਜਿਹੜਾ ਗਣਿਤ ਆ ਆਮ ਕਿਸਾਨਾਂ ਦੀ ਸਮਝ ਤਾਂ ਨਹੀਂ ਆਉਂਦਾ, ਕਿਉਂਕਿ ਕਿਸਾਨੀ ਆ ਜਿਹੜੀ ਮੰਨ ਲਓ ਉਹ ਆੜ੍ਹਤੀਆਂ ਦੇ ਜਾਂ ਮੰਨ ਲਓ ਬੈਂਕਿੰਗ ਚੱਕਰ ਦੇ ਵਿੱਚ ਫਸੀ ਹੋਈ ਆ। ਕੋਈ ਵੀ ਬੰਦਾ ਮੰਨ ਲਓ ਇਸ ਸਿਸਟਮ 'ਚ ਕਿਉਂ ਨਹੀਂ ਆ ਰਿਹਾ, ਉਹਦਾ ਕਾਰਨ ਕੀ ਹੈ? ਬਾਗਬਾਨੀ ਕਿਉਂ ਨਹੀਂ ਹੋ ਰਹੀ ਪੰਜਾਬ ਦੇ ਵਿੱਚ? 5 ਕਿੱਲੇ ਤੋਂ ਘੱਟ ਦੀ ਜ਼ਮੀਨਾਂ ਨੇ ਪੰਜਾਬ ਦੇ ਵਿੱਚ, ਉਹ ਬੰਦਾ ਰਿਸਕ ਲੈਣ ਦੀ ਕਪੈਸਿਟੀ ਨਹੀਂ ਹੈਗੀ। ਜਿਹੜੀ ਸਰਕਾਰ ਦੀਆਂ ਪਾਲਿਸੀਆਂ ਨੇ ਕਾਫੀ ਵਧੀਆ ਪਾਲਿਸੀਆਂ ਨੇ, ਪਰ ਕੁਛ ਪਾਲਿਸੀਆਂ ਸਰਕਾਰ ਦੀਆਂ ਚੇਂਜ ਹੋਣ ਵਾਲੀਆਂ ਨੇ। ਜਿਵੇਂ ਮੰਨ ਲਓ ਪਲਾਂਟ ਨੇ, ਪਲਾਂਟ ਦੇ ਉੱਤੇ ਸਬਸਿਡੀ ਦਿੰਦੀ ਹੈ ਗੌਰਮੈਂਟ, ਮੰਨ ਲਓ 17,000 ਰੁਪਈਆ ਦਿੰਦੀ ਹੈ, ਜਾਂ ਮੰਨ ਲਓ ਮਨਰੇਗਾ ਦੇ ਅੰਡਰ ਆਪਾਂ ਨੂੰ 58,000 ਰੁਪਈਆ ਪਰ ਏਕੜ ਦੀ ਸਬਸਿਡੀ ਮਿਲਦੀ ਹੈ। ਉਹ ਬਹੁਤ ਵਧੀਆ ਗੱਲ ਆ ਕਿ ਇੱਕ ਕਿਸਾਨ ਲਈ ਸਪੋਰਟ ਆ ਵੀ ਉਹਨੇ ਸਟਾਰਟਿੰਗ ਦੇ ਵਿੱਚ ਖਰਚਾ ਕੀਤਾ ਅਤੇ ਉਹਨੂੰ ਸਪੋਰਟ ਦੇ ਤੌਰ 'ਤੇ ਜੋ ਉਹਨੇ ਖੇਤ ਦੇ ਵਿੱਚ ਲੇਬਰ ਕੀਤੀ ਆ ਉਹਦੀ ਉਹਨੂੰ ਲੇਬਰ ਮੁੜ ਆਉਂਦੀ ਆ। ਪਰ ਇਹਦੇ ਨਾਲ ਵੀ ਕਈ ਚੀਜ਼ਾਂ ਜ਼ਰੂਰੀ ਨੇ ਵੀ ਜਿਹੜੀ ਚੇਂਜ ਹੋਣ। ਜਿਵੇਂ ਮੰਨ ਲਓ ਵਰਾਇਟੀਜ਼ ਲਾ ਲਓ, ਵਰਾਇਟੀਆਂ ਪੰਜਾਬ ਸਰਕਾਰ ਕੋਲ ਕਾਫੀ ਵਧੀਆ ਵਰਾਇਟੀਆਂ ਨੇ, ਪਰ ਕਈ ਚੀਜ਼ਾਂ ਦੀਆਂ ਵਰਾਇਟੀਆਂ ਨੇ। ਮੰਨ ਲਓ ਪਪੀਤੇ ਦੀ ਵਰਾਇਟੀ ਹੈ ਨਹੀਂ ਗੀ ਪੰਜਾਬ ਸਰਕਾਰ ਕੋਲ। ਨਿੰਬੂ ਦੀ ਵਰਾਇਟੀ ਜੋ ਮੇਰੇ ਕੋਲ ਨਿੰਬੂ ਲੱਗਿਆ ਹੋਇਆ, ਜਿਵੇਂ ਮੇਰੇ ਕੋਲ ਇਸ ਟਾਈਮ ਗਰਮੀ ਦੇ ਵਿੱਚ ਨਿੰਬੂ ਤੁਸੀਂ ਦੇਖਿਆ ਵੀ ਆਪਾਂ ਤੋੜ ਰਹੇ ਹਾਂ, ਪਰ ਪੰਜਾਬ ਦੀ ਜਿਹੜੀ ਵਰਾਇਟੀ ਆ ਉਹ ਗਰਮੀ 'ਚ ਨਿੰਬੂ ਨਹੀਂ ਦਿੰਦੀ ਹੈਗੀ। ਉਹ ਨਿੰਬੂ ਤਕਰੀਬਨ ਦਸੰਬਰ 'ਚ ਆਉਂਦਾ, ਉਸ ਟਾਈਮ ਨਿੰਬੂ ਦਾ ਰੇਟ ਡਿਪ ਹੋ ਜਾਂਦਾ। ਦਸੰਬਰ ਤੇ ਜਨਵਰੀ ਦੇ ਵਿੱਚ ਨਿੰਬੂ ਦਾ ਰੇਟ 5-7 ਰੁਪਏ ਕਿੱਲੋ ਹੁੰਦਾ, ਉਹਨਾਂ ਨੂੰ ਰੇਟ ਨਹੀਂ ਮਿਲ ਪਾਉਂਦਾ। ਮੇਨ ਕੀ ਹੁੰਦਾ ਵੀ ਫਸਲ ਦੀ ਡਿਊਰੇਸ਼ਨ, ਸਮਾਂ ਲਾਉਣ ਦਾ ਸਮਾਂ, ਫਸਲ ਦੇ ਮਤਲਬ ਫਸਲ ਦਾ ਸਿਸਟਮ ਕੀ ਆ, ਉਹਨੂੰ ਕਿਹੜੀ ਕਰੋਪ ਨੂੰ ਕਿਹੜੀ ਡੋਜ਼ ਦੇਣੀ ਆ, ਕੀ ਉਹਨੂੰ ਕੈਲਸ਼ੀਅਮ ਚਾਹੀਦਾ, ਨਾਈਟ੍ਰੋਜਨ ਚਾਹੀਦੀ ਹੈ, ਪੋਟਾਸ਼ੀਅਮ ਚਾਹੀਦਾ, ਫਾਸਫੋਰਸ ਚਾਹੀਏ, ਉਹ ਹਰ ਚੀਜ਼ ਨੂੰ ਸਮਝਣ ਦੀ ਲੋੜ ਆ। ਜਿਹੜੇ ਫਾਰਮਰ ਨੇ ਉਹ ਸਿੱਧੇ ਦੁਕਾਨ ਵਾਲੇ ਕੋਲ ਜਾਂਦੇ ਨੇ, ਦੁਕਾਨ ਵਾਲੇ ਨੂੰ ਕਹਿੰਦੇ ਨੇ ਸਾਡੀ ਫਸਲ ਆ, ਉਹਨੂੰ ਆਹ ਪ੍ਰੋਬਲਮ ਆ, ਦੁਕਾਨ ਵਾਲਾ ਵੀ ਚੇਪ ਦਿੰਦਾ, ਜਿੰਨੀਆਂ ਉਹਨੂੰ ਦਵਾਈਆਂ ਪਈਆਂ ਹੁੰਦੀਆਂ ਨੇ ਉਹ ਚੱਕ ਕੇ ਚੇਪ ਦਿੰਦਾ ਵੀ 5-7 ਲੈ ਜਾਓ, ਕੋਈ ਤਾਂ ਕੰਮ ਕਰੂਗੀ। ਹੁਣ ਸਾਡਾ ਸਿਸਟਮ ਕੀ ਆ ਵੀ ਅਸੀਂ ਉਸ ਚੀਜ਼ ਨੂੰ ਅਨਲਾਈਜ਼ ਕਰਦੇ ਹਾਂ ਵੀ ਕਿੱਥੇ ਕੀ ਪ੍ਰੋਬਲਮ ਆ। ਪਹਿਲੀ ਗੱਲ ਤਾਂ ਅਸੀਂ ਕਿਸੇ ਦੁਕਾਨ ਵਾਲੇ ਕੋਲ ਜਾਣਾ ਨਹੀਂ ਹੈਗਾ, ਸਾਰੀ ਸਾਡੀਆਂ ਦਵਾਈਆਂ ਖੁਦ ਨੇ। ਸਾਡਾ ਗਰੁੱਪ ਆ, ਅਸੀਂ ਉਹ ਗਰੁੱਪ ਦੇ ਵਿੱਚ ਡਿਸਕਸ਼ਨ ਕਰਦੇ ਹਾਂ ਵੀ ਮੇਰੀ ਕਰੋਪ ਨੂੰ ਮੰਨ ਲਓ ਸੁੰਡੀ ਦੀ ਪ੍ਰੋਬਲਮ ਆ ਗਈ, ਤਾਂ ਸੁੰਡੀ ਦੀ ਪ੍ਰੋਬਲਮ ਹੱਲ ਕਿੱਦਾਂ ਕਰਨੀ ਹੈ। ਜਿਵੇਂ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਤਿਆਰ ਕੀਤੀਆਂ ਹੋਈਆਂ, ਨਿੰਮ, ਧਤੂਰਾ, ਅੱਕ, ਅਲਕੋਹਲ, ਇਹ ਚੀਜ਼ਾਂ ਦਾ ਮਿਕਸ ਕਰਕੇ ਅਸੀਂ ਇੱਕ ਦਵਾਈ ਤਿਆਰ ਕਰ ਲੈਂਦੇ ਹਾਂ, ਜਿਹੜੀ ਕੀ ਹੈ ਇੰਨੀ ਅਸਰਦਾਰ ਆ ਵੀ ਤੁਹਾਡੀ ਜੇ ਮੰਨ ਲਓ ਤੁਸੀਂ ਉਹਦੀ ਜਗ੍ਹਾ 'ਤੇ ਕੈਮੀਕਲ ਵਾਲੀ ਸਪਰੇਅ ਕੀਤੀ ਹੋਵੇਗੀ, ਉਹਦੇ ਨਾਲ ਵੀ ਛੇਤੀ ਅਸਰ ਕਰਦੀ ਆ। ਔਰ ਜਿਹੜੀ ਸਿਹਤ ਲਈ ਕੋਈ ਨੁਕਸਾਨਦਾਇਕ ਵੀ ਹੈ ਨਹੀਂ ਗੀ। ਤੁਸੀਂ ਚਾਹੇ ਅੱਜ ਕਰਕੇ ਸ਼ਾਮ ਨੂੰ ਤੁਸੀਂ ਸਬਜ਼ੀ ਖਾ ਲੈਂਦੇ ਹੋ ਤਾਂ ਕੋਈ ਨੁਕਸਾਨ ਨਹੀਂ ਕਰਦੀ ਤੁਹਾਨੂੰ ਉਹ। ਜਿਵੇਂ ਆਰਗੈਨਿਕ ਖੇਤੀ ਕਰਦੇ ਹੋ ਉਹਨਾਂ ਦੇ ਜਿਹੜੇ ਰੇਟ ਨੇ, ਜਿਵੇਂ ਫਸਲ ਦੇ ਰੇਟਾਂ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਕਿੰਨਾ ਕੁ ਡਿਫਰੈਂਸ ਆ, ਉਹ 'ਚ ਕੀ ਫਾਇਦਾ ਮਿਲਦਾ? ਜਿਵੇਂ ਕਿ ਕਣਕ ਦੀ ਉਹ ਗੱਲ ਕਰੀਏ, ਆਰਗੈਨਿਕ ਦੀ ਕਣਕ ਜਿਹੜੀ ਤਾਂ ਬਹੁਤ ਮਹਿੰਗੀ ਵਿਕਦੀ ਆ, 7-8 ਹਜ਼ਾਰ 10,000 ਰੁਪਏ ਤੱਕ ਵੀ ਵਿਕ ਜਾਂਦੀ ਆ, ਕੀ ਹੈਗਾ ਇਹ? ਆਰਗੈਨਿਕ ਦੇ ਵਿੱਚ ਜੀ ਮੰਨ ਲਓ ਜਿਵੇਂ ਸਮਾਂ ਡਿਊਰੇਸ਼ਨ, ਮੰਨ ਲਓ ਕੋਈ 4 ਸਾਲ ਤੋਂ 5 ਸਾਲ ਤੋਂ ਖੇਤੀ ਕਰ ਰਿਹਾ ਜੀ, 5 ਸਾਲ ਤੋਂ ਜਿਹੜਾ ਬੰਦਾ ਖੇਤੀ ਕਰ ਰਿਹਾ ਉਹਦੀ ਜਿਹੜੀ ਫਸਲ ਦਾ ਕਾਰਬਨ ਮਾਦਾ, ਉਹਦੀ ਜ਼ਮੀਨ ਦਾ ਜਿਹੜਾ ਕਾਰਬਨ ਮਾਦਾ ਜਿਹਦੇ ਨਾਲ ਉਪਜਾਊ ਸ਼ਕਤੀ ਉਹ ਵੱਧ ਜਾਂਦੀ ਹੈ। ਉਦੋਂ ਪਹਿਲਾਂ ਉਹਦੀ ਫਸਲ ਦੇ ਝਾੜ ਘੱਟ ਜਾਂਦਾ, 3 ਸਾਲ 4 ਸਾਲ ਤੱਕ ਝਾੜ ਘੱਟ ਰਹਿੰਦਾ, ਉਦੋਂ ਬਾਅਦ ਝਾੜ ਵੱਧ ਜਾਂਦਾ। ਹੁੰਦਾ ਕੀ ਹੈ ਉਹਦੇ ਲਈ ਫਸਲ ਦੀ, ਮੰਨ ਲਓ ਕਣਕ ਦੀ ਆਪਾਂ ਤੁਸੀਂ ਗੱਲ ਕਰੀ ਆ, ਕਣਕ ਬੰਸੀ ਹੋ ਗਈ, ਸ਼ਰਬਤੀ ਹੋ ਗਈ, ਇਹ ਜਿਹੜੀਆਂ ਫਸਲਾਂ ਨੇ ਇਹਨਾਂ ਦਾ ਝਾੜ ਬਹੁਤ ਘੱਟ ਆ। ਇਹ 10-11-12 ਕੁਇੰਟਲ ਲਾਸਟ ਇਹਨਾਂ ਦੀ ਮਤਲਬ ਯੀਲਡ ਆ। ਇਹ ਪੰਜਾਬ ਐਗਰੋ ਵੀ ਬਾਈਬੈਕ ਕਰ ਲੈਂਦੀ ਹੈ, 4200 ਰੁਪਏ ਨੂੰ ਤਾਂ ਪੰਜਾਬ ਐਗਰੋ ਬਾਈਬੈਕ ਕਰਦੀ ਹੈ। ਜੇ ਆਪਾਂ ਪੰਜਾਬ ਐਗਰੋ ਨੂੰ ਵੀ ਬਾਈਬੈਕ ਦਿੰਦੇ ਹਾਂ ਵੀ ਮੰਨ ਲਓ ਉਹਨਾਂ ਨਾਲ ਆਪਾਂ ਐਗਰੀਮੈਂਟ ਕੀਤਾ ਵੀ ਅਸੀਂ ਕਣਕ ਲਾਈਏ ਤੁਹਾਡੀ, ਤਾਂ 4200 ਰੁਪਏ ਦੇ ਹਿਸਾਬ ਨਾਲ ਤਾਂ ਉਹ ਬਾਈਬੈਕ ਕਰ ਲੈਂਦੇ ਨੇ। ਜੇ ਬੰਦਾ ਬਾਹਰ ਵੇਚਣੀ ਚਾਹੇ ਤਾਂ 6,000-7,000 ਨੂੰ ਵਿਕ ਜਾਂਦੀ ਹੈ।
ਨਹੀਂ ਫਿਰ ਕਿਸਾਨ ਕਿਉਂ ਨਹੀਂ ਖੇਤੀ ਕਰਦੇ, ਇੱਕੋ ਫਸਲ ਬੀਜੀ ਜਾਂਦੇ ਨੇ, ਜਿਹੜੀ ਕਦੇ ਝੋਨਾ ਬੀਜ ਲਿਆ ਕਦੇ ਕਣਕ ਬੀਜ ਲਈ, ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਹੈਗੇ? ਤਾਂ ਹੀ ਤਾਂ ਘਾਟੇ ਦੇ ਵਿੱਚ ਨੇ ਕਿਸਾਨ, ਖੁਦਕੁਸ਼ੀਆਂ ਵੀ ਕਰਦੇ ਨੇ, ਉਹਨਾਂ ਤੇ ਕਰਜ਼ੇ ਚੜ੍ਹਦੇ ਨੇ। ਕੀ ਕਾਰਨ ਹੈਗਾ ਉਹ? ਮੇਨ ਕਾਰਨ ਆ ਜੀ ਵੀ ਲੋਕਾਂ ਕੋਲ ਇੰਨੀ ਪੂੰਜੀ ਨਹੀਂ ਹੈਗੀ ਕਿਉਂਕਿ ਕਿਸੇ ਵੀ ਬਾਗ ਨੂੰ ਸੈਟਅਪ ਕਰਨ ਲਈ 2 ਤੋਂ 3 ਸਾਲ ਦਾ ਸਮਾਂ ਚਾਹੀਦਾ। ਇੰਨਾ ਪੇਸ਼ੈਂਸ ਕਿਸੇ ਕੋਲ ਨਹੀਂ ਹੈਗਾ ਵੀ ਇੰਨਾ ਸਮਾਂ ਦਿੰਦਾ। ਪਹਿਲੀ ਗੱਲ ਤਾਂ ਲੋਕ ਟਿਚਰਾਂ ਕਰਨ ਲੱਗ ਜਾਂਦੇ ਨੇ ਵੀ ਆਹ ਤਾਂ ਕੀ ਪੰਗਾ ਲੈ ਲਿਆ, ਕਿਉਂਕਿ ਆਪਣੇ ਜਿਹੜੀ ਬਾਗਬਾਨੀ ਹੈ ਬਹੁਤ ਛੋਟੇ ਲੈਵਲ 'ਤੇ ਕੀਤੀ ਜਾਂਦੀ ਹੈ। ਜਦੋਂ ਮੈਂ ਸਟਾਰਟ ਕੀਤਾ ਸੀ ਲੋਕਾਂ ਨੇ ਮੈਨੂੰ ਬਹੁਤ ਮਜ਼ਾਕ ਕੀਤਾ ਵੀ ਤੂੰ ਆਹ ਕੀ ਕਰ ਰਿਹਾ, ਪਰ ਹੁਣ ਕੀ ਆ, ਹੁਣ ਸਮਾਂ ਚੇਂਜ ਹੋ ਗਿਆ। ਲੋਕ ਰਾਏ ਲੈਣ ਆਉਂਦੇ ਨੇ ਵੀ ਇਹ ਕਿਸ ਤਰ੍ਹਾਂ ਹੋ ਜਾਂਦਾ, ਅਲੱਗ-ਅਲੱਗ ਚੀਜ਼ਾਂ ਦੇਖਦੇ ਨੇ ਲੋਕ ਵੀ ਇਹ ਕਿਸ ਤਰ੍ਹਾਂ ਕਰਦੇ। ਹੁਣ ਅਸੀਂ ਮੰਨ ਲਓ 1 ਕਿੱਲੇ 'ਚੋਂ 2 ਲੱਖ ਰੁਪਏ ਦੀ ਸਬਜ਼ੀ ਕੱਢ ਲੈਂਦੇ ਹਾਂ ਔਰਗੈਨਿਕ ਦੇ ਵਿੱਚ। ਸਾਡਾ ਰੇਟ ਵੀ ਜ਼ਿਆਦਾ ਹੁੰਦਾ ਸੀ ਜਿਹੜੀ ਸੇਲ ਕਰਦੇ ਹਾਂ, ਅਤੇ ਉਹਦੇ ਨਾਲ ਹੁੰਦਾ ਕੀ ਹੈ ਜੀ, ਲੋਕ ਆਪਣਾ ਕੰਫਰਟ ਜ਼ੋਨ ਨਹੀਂ ਛੱਡਣਾ ਚਾਹੁੰਦੇ। ਕਿਉਂਕਿ ਜੇ ਆਪਾਂ ਔਰਗੈਨਿਕ ਵੱਲ ਨੂੰ ਆਉਣਾ ਤਾਂ ਤੁਹਾਨੂੰ ਖੇਤ 'ਚ ਰਹਿਣਾ ਪੈਣਾ, ਤੁਹਾਨੂੰ 10 ਘੰਟੇ ਖੇਤ ਦੇ ਵਿੱਚ ਦੇਣੇ ਪੈਣੇ ਨੇ। ਮੰਨ ਲਓ ਜਿਵੇਂ ਤੁਸੀਂ ਜਿਵੇਂ ਡਿਊਟੀ ਕਰਦਾ, ਮੰਨ ਲਓ ਮੈਂ ਜੋਬ ਜਾਂਦਾ ਸੀਗਾ, ਮੈਂ ਲੁਧਿਆਣੇ ਜਾਂਦਾ ਸੀ ਹਰ ਰੋਜ਼। ਸਮਰਾਲੇ ਤੋਂ ਲੁਧਿਆਣੇ ਦੀ ਜਿਹੜੀ ਡਿਊਰੇਸ਼ਨ ਉਹ 40 ਕਿਲੋਮੀਟਰ ਆ। ਮੈਂ ਰੋਜ਼ ਦਾ 1 ਘੰਟੇ ਦਾ ਟਰੈਵਲ ਸਵੇਰੇ ਕਰਦਾ ਸੀ, ਘੰਟਾ ਮੈਂ ਰਾਤ ਨੂੰ ਕਰਦਾ ਸੀ, ਠੀਕ ਹੈ ਜੀ। ਤਕਰੀਬਨ ਮੈਂ 400 ਰੁਪਏ ਦਾ ਡੀਜ਼ਲ ਵੀ ਲੱਗਦਾ ਸੀ ਮੇਰੇ ਕਾਰ ਦੇ ਵਿੱਚ। ਹੁਣ ਮੈਂ ਪਹਿਲੀ ਗੱਲ ਤਾਂ ਮੈਂ ਖੇਤ ਦੇ ਵਿੱਚ ਆਪਣੇ ਕੰਮ ਕਰੂੰਗਾ ਤਾਂ ਮੈਨੂੰ 8 ਤੋਂ 10 ਘੰਟੇ ਕੰਮ ਕਰਨਾ ਪਊਗਾ ਜੇ ਮੈਂ ਚਾਹੁੰਦਾ ਵੀ ਮੈਂ ਇਹ ਤੋਂ ਇਨਕਮ ਲੈਣੀ ਆ। ਜੇ ਮੈਂ ਚਾਹੁੰਦਾ ਵੀ ਮੈਂ ਜਿਮੀ ਦਾ ਮਤਲਬ ਭਈਆਂ ਦੇ ਸਿਰ 'ਤੇ ਛੱਡ ਕੇ ਜਾਂ ਕਾਮਿਆਂ ਦੇ ਸਿਰ 'ਤੇ ਛੱਡ ਕੇ ਖੇਤੀ ਹੋ ਜੂ, ਨਹੀਂ ਹੋਣੀ। ਕਿਉਂਕਿ ਕਿਸੇ ਨੇ ਤੁਹਾਡੀ ਸਰਦਾਰੀ ਨਹੀਂ ਲੈਣੀ, ਤੁਹਾਡੀ ਜਗ੍ਹਾ ਕੋਈ ਨਹੀਂ ਪੂਰੀ ਕਰ ਸਕਦਾ, ਤੁਹਾਨੂੰ ਖੁਦ ਕਰਨੀ ਪੈਣੀ ਆ। ਤੁਹਾਨੂੰ ਖੇਤ ਦੇ ਵਿੱਚ ਖੁਦ ਰਹਿਣਾ ਪੈਣਾ, ਫਸਲ ਦੇਖਣੀ ਪੈਣੀ ਹੈ ਵੀ ਫਸਲ ਤੁਹਾਡੀ ਕੀ ਚੀਜ਼ ਦੀ ਡਿਮਾਂਡ ਕਰਦੀ ਆ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਪਹਿਲਾਂ ਸਿੱਖੋਗੇ, ਹੋ ਸਕਦਾ ਪਹਿਲੇ ਸਾਲ ਘਾਟਾ ਪੈ ਜਾਵੇ, ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਜਿਹੜੇ ਫਸਲ ਆ ਉਹ ਤੁਹਾਨੂੰ ਕੁਛ ਨਾ ਕੁਛ ਦੇ ਕੇ ਮੋੜਦੀ ਆ। ਜੇ ਨਿੰਬੂਆਂ ਦੀ ਗੱਲ ਕਰੀ ਜਾਵੇ, ਜਿਹੜੇ ਬਾਗ ਨੇ ਪੰਜਾਬ ਦੇ ਵਿੱਚ, ਤੁਸੀਂ ਕਹਿੰਦੇ ਬਹੁਤ ਘੱਟ ਬਾਗ ਨੇ, ਤੁਹਾਡਾ ਜਿਹੜਾ ਬਾਗ ਆ ਨਿੰਬੂਆਂ ਦਾ, ਉਹ ਕਿੰਨੇ ਕੁ ਬਾਗ ਜਿਹੜੇ ਇਸ ਤਰੀਕੇ ਨਾਲ ਲੋਕਾਂ ਨੇ ਪੰਜਾਬ 'ਚ ਲਾਏ ਨੇ? ਹਾਂ, ਬਹੁਤ ਲਿਮਟਿਡ ਬਾਗ ਨੇ ਜੀ ਪੰਜਾਬ ਦੇ ਵਿੱਚ। ਜੇ ਗਿਣਤੀ ਦੀ ਕਰੀਏ ਤਾਂ ਬਹੁਤ ਥੋੜ੍ਹੇ 5-4 ਬਾਗ ਹੋਣਗੇ ਜਿਹੜੇ ਨਿੰਬੂ ਦੇ ਸੈਟਅਪ ਨੇ। ਬਾਕੀ ਬਾਗ, ਕੁਛ ਬਾਗ ਇੱਦਾਂ ਦੇ ਨੇ ਵੀ ਪੱਟੇ ਵੀ ਗਏ, ਜਿਵੇਂ ਸਾਡੇ ਨਜ਼ਦੀਕ 2-3 ਬਾਗ ਪੱਟ ਹੋ ਗਏ। ਕਾਰਨ ਕੀ ਸੀ ਪੱਟ ਹੋਣ ਦਾ? ਵਰਾਇਟੀ 5 ਸਾਲ ਹੋ ਗਏ ਸੀ ਉਹਨਾਂ ਨੂੰ, ਮਤਲਬ ਫਲ ਹੀ ਨਹੀਂ ਆਇਆ ਸੀਗਾ 5 ਸਾਲ ਤੋਂ। ਕਿਸਾਨ ਕੋਲ ਇੰਨਾ ਟਾਈਮ ਤਾਂ ਹੈ ਨਹੀਂ, ਇੰਨਾ ਪੇਸ਼ੈਂਸ ਆ ਵੀ ਉਹ 5 ਸਾਲ ਤੱਕ ਵੇਟ ਕਰੇ। ਉਹਨਾਂ ਦਾ ਮੈਂ ਤਾਂ ਧੰਨ ਕਰਦਾ ਵੀ ਉਹਨੇ 5 ਸਾਲ ਤੱਕ ਵੇਟ ਕੀਤਾ, ਪਰ ਉਹਨਾਂ ਨੂੰ ਆਖਰਕਾਰ ਪੱਟਣਾ ਪੈ ਗਿਆ। ਵਰਾਇਟੀ ਨਾ ਮਿਲਣਾ ਇੱਕ ਕਾਰਨ ਆ ਵੀ ਬਾਗ ਪੱਟ ਹੋ ਜਾਂਦੇ। ਜਾਂ ਮੰਨ ਲਓ ਸਾਡੀ ਜਿਹੜੀ ਵਰਾਇਟੀ ਹੈ ਪਹਿਲੇ ਸਾਲ ਫਰੂਟ ਚੱਕ ਲੈਂਦੀ ਹੈ। ਅਸੀਂ ਤਾਂ ਪਹਿਲੇ ਸਾਲ ਫਰੂਟ ਨੂੰ ਅਸੀਂ ਤੋੜਦੇ ਹਾਂ, ਫਰੂਟ ਤੋੜ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਅਗਲੇ ਸਾਲ ਮਤਲਬ ਫਰੂਟ ਲੈਂਦੇ ਹਾਂ। ਪਹਿਲੇ ਸਾਲ ਅਸੀਂ ਇਹਦੇ ਵਿੱਚ ਸਬਜ਼ੀ ਦੀ ਕਾਸ਼ਤ ਕਰ ਲੈਂਦੇ ਹਾਂ, ਜਾਂ ਮੰਨ ਲਓ ਸਬਜ਼ੀ ਦੀ ਕਾਸ਼ਤ ਕਰ ਸਕਦੇ ਹਾਂ ਜਾਂ ਕੁਛ ਹੋਰ ਕਰ ਸਕਦੇ ਹਾਂ। ਜਿਵੇਂ ਮੇਰਾ ਹੁਣ ਪਲਾਨ ਆ ਵੀ ਮੈਂ ਜਿਸ ਏਕੜ 'ਚ ਆਪਾਂ ਹੁਣ ਜਾ ਕੇ ਆਏ ਹਾਂ, ਇਹਦੇ ਵਿੱਚ ਮੇਰਾ ਇੱਕ ਫ੍ਰੀ ਰੇਂਜ ਦਾ ਫਾਰਮਿੰਗ ਹੋਏਗੀ, ਜਿਹਦੇ ਵਿੱਚ ਦੇਸੀ ਚਿਕਸ, ਜਿਵੇਂ ਆਪਾਂ ਦੇਸੀ ਮੁਰਗੇ ਕਹਿ ਦਿੰਦੇ ਹਾਂ, ਉਹ ਮੇਰੇ ਫ੍ਰੀ ਰੇਂਜ ਦੇ ਵਿੱਚ ਛੱਡੇ ਜਾਣਗੇ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੈਂ ਦਿਖਾਊਂਗਾ 1 ਜਾਂ 2 ਮਹੀਨੇ ਤੱਕ ਮੇਰੇ ਕੋਲ ਇੱਥੇ 3 ਤੋਂ 4000 ਚਿਕਸ ਹੋਊਗਾ ਜਿਹੜਾ ਦੇਸੀ ਹੋਏਗਾ। ਜੋ ਮੇਰੀ ਕੈਲਕੂਲੇਸ਼ਨ ਆ ਉਹਦੇ ਹਿਸਾਬ ਨਾਲ ਵੀ ਮੈਂ ਮੰਨ ਲਓ 4 ਮਹੀਨੇ ਤੋਂ ਬਾਅਦ ਇੱਕ ਫਾਰਮ ਤੋਂ ਤਕਰੀਬਨ 4 ਲੱਖ ਰੁਪਈਆ ਪਰ ਮੰਥ ਦੀ ਇਨਕਮ ਲੈ ਸਕਦਾ। ਅੱਛਾ ਜੀ, ਜਿਵੇਂ ਤੁਸੀਂ ਜਿਹੜੀਆਂ ਆਰਗੈਨਿਕ ਸਬਜ਼ੀਆਂ ਵੇਚਦੇ ਹੋ, ਉਹ ਆਮ ਜਿਹੜੇ ਭਾਅ ਨੇ ਉਹਨਾਂ ਨਾਲੋਂ ਵੱਧ ਵਿਕਦੀਆਂ ਨੇ, ਅਤੇ ਕੀ ਉਹਨਾਂ 'ਚ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਤੁਹਾਡੀ? ਹਾਂਜੀ, ਆਮ ਨਾਲੋਂ ਅਸੀਂ ਕੋਈ ਜ਼ਿਆਦਾ ਵੱਧ ਨਹੀਂ ਵੇਚਦੇ ਹੈਗੇ, ਕਿਉਂਕਿ ਮੰਨ ਲਓ ਕੋਈ ਚੀਜ਼ ਕਿਸਾਨ ਮੰਡੀ ਦੇ ਵਿੱਚ ਵੇਚ ਕੇ ਆਉਂਦਾ। ਮੰਨ ਲਓ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਕਹਿ ਲੈਂਦੇ ਹਾਂ ਵੀ ਪਿਆਜ਼ ਵੇਚ ਕੇ ਆਇਆ, ਪਿਆਜ਼ ਜਿਹੜਾ ਮੰਡੀ ਦਾ ਰੇਟ ਆ ਉਹ 17 ਰੁਪਏ 18 ਰੁਪਏ ਆ, ਅਤੇ ਜਿਹੜਾ ਆਪਣਾ ਦੂਸਰਾ ਰੇਟ ਆ ਜਿਹੜਾ ਕੰਜ਼ਿਊਮਰ ਨੂੰ ਮਿਲਦਾ ਹੈ ਉਹ 25 ਤੋਂ 30 ਰੁਪਏ ਹੈ। ਅਸੀਂ ਵੀ ਉਨੇ 25 ਤੋਂ 30 ਰੁਪਏ ਲੈ ਰਹੇ ਹਾਂ। ਅਸੀਂ ਕੀ ਹੈ, ਮਡੋਕਰ ਖਤਮ ਕਰ ਰਹੇ ਹਾਂ। ਜਿਹੜਾ ਵਿਚਾਲੇ ਵਾਲਾ ਬੰਦਾ ਕਮਾਈ ਕਰ ਰਿਹਾ ਉਹ ਅਸੀਂ ਡਾਇਰੈਕਟ ਫਾਰਮਰ ਨੂੰ ਦੇ ਰਹੇ ਹਾਂ। ਅਸੀਂ ਕੋਈ ਜ਼ਿਆਦਾ ਉਹਨਾਂ ਤੋਂ ਪੈਸੇ ਨਹੀਂ ਲੈ ਰਹੇ। ਮੰਨ ਲਓ ਅਸੀਂ ਨਿੰਬੂ ਵੇਚਿਆ, ਨਿੰਬੂ ਦਾ ਰੇਟ ਬਾਜ਼ਾਰ ਦੇ ਵਿੱਚ 80 ਰੁਪਏ ਜਾਂ 100 ਰੁਪਏ, ਅਸੀਂ ਵੀ 100 ਰੁਪਏ ਲੈ ਰਹੇ ਹਾਂ। ਅਸੀਂ ਕੋਈ 200 ਨਹੀਂ ਲੈ ਰਹੇ ਉਹਨਾਂ ਤੋਂ, ਅਸੀਂ ਉਨਾ ਹੀ ਰੇਟ ਲੈ ਰਹੇ ਹਾਂ। ਉਨੇ ਰੇਟ ਦੇ ਦੌਰਾਨ ਵੀ ਸਾਡੀ ਇਨਕਮ ਵੱਧ ਜਾਂਦੀ ਹੈ। ਜੇ ਕਿਸਾਨ ਡਾਇਰੈਕਟ ਮਾਰਕੀਟਿੰਗ ਕਰੇ ਤਾਂ ਤੁਹਾਨੂੰ ਕੀ ਲੱਗਦਾ ਵੀ ਉਹ ਘਾਟੇ ਦਾ ਸੌਦਾ ਜਾਂ ਵਾਧੇ ਦਾ? ਜਿਵੇਂ ਕਿ ਹੁਣ ਕਿਸਾਨ ਕਹਿੰਦੇ ਨੇ ਸਾਡੀਆਂ ਜਿਹੜੀਆਂ ਫਸਲਾਂ ਨਹੀਂ ਵਿਕਦੀਆਂ, ਸਾਨੂੰ ਰੁਲਣਾ ਪੈਂਦਾ, ਸਾਨੂੰ ਆੜ੍ਹਤੀਏ ਹੀ ਜ਼ਰੂਰੀ ਨੇ, ਤਾਂ ਤੁਹਾਨੂੰ ਕੀ ਲੱਗਦਾ ਵੀ ਇਹ ਜ਼ਰੂਰੀ ਨੇ? ਕੀ ਹੋਣਾ ਚਾਹੀਦਾ? ਨਹੀਂ ਸਰ, ਮੈਂ ਨਹੀਂ ਮੰਨਦਾ ਵੀ ਇਹ ਜ਼ਰੂਰੀ ਨਹੀਂ, ਪਰ ਇੱਕ ਮੰਨ ਲਓ ਇੱਕ ਕਿਸਾਨ ਆ ਜਿਹੜਾ ਮੰਨ ਲਓ ਅੱਜ ਕਰਜ਼ੇ ਦੇ ਵਿੱਚ ਆ, ਉਹਨੂੰ ਸਰਕਾਰ ਨੂੰ ਜਾਂ ਕਿਸੇ NGO ਨੂੰ ਉਹਨੂੰ ਹੈਲਪ ਤਾਂ ਕਰਨੀ ਪਏਗੀ ਨਾ, ਉਹਨੂੰ ਉਸ ਚੀਜ਼ ਤੋਂ ਕੱਢਣਾ ਤਾਂ ਪਏਗਾ। ਮੰਨ ਲਓ ਅੱਜ 5 ਲੱਖ ਰੁਪਏ ਆੜ੍ਹਤੀਏ ਦੇਣਾ, ਤੁਹਾਡੇ ਕੋਲ 4 ਜਾਂ 5 ਏਕੜ ਜ਼ਮੀਨ ਆ, ਤੁਹਾਨੂੰ ਆੜ੍ਹਤੀ ਥੋੜੀ ਮਜਬੂਰੀ ਆ ਵੀ ਤੁਹਾਨੂੰ ਕਣਕ ਜੀਰੀ ਉਹ ਲਾਉਣੀ ਪਏਗੀ, ਕਿਉਂਕਿ ਤੁਸੀਂ ਪੈਸੇ ਕਿਸ ਤਰ੍ਹਾਂ ਵਾਪਸ ਕਰੋਗੇ? ਪਹਿਲਾਂ ਤਾਂ ਉਸ ਚੀਜ਼ ਨੂੰ ਤੋੜਨਾ ਪਏਗਾ ਬਈ ਤੁਹਾਨੂੰ ਸਰਪਲਸ ਥੋੜ੍ਹੀ ਮੋੜੀ ਕਰਨੀ ਪਏਗੀ। ਮੰਨ ਲਓ 1 ਕਨਾਲ ਤੋਂ ਸ਼ੁਰੂ ਕਰ ਲਓ, 1 ਕਨਾਲ ਤੁਸੀਂ ਇਸ ਵਾਰ ਕਰ ਲਈ, ਤੁਹਾਨੂੰ ਮੰਨ ਲਓ 10,000 20,000 ਰੁਪਏ ਉਹ ਤੋਂ ਇਨਕਮ ਆ ਗਈ, ਅਗਲੀ ਵਾਰ ਤੁਸੀਂ ਥੋੜ੍ਹੀ ਜਿਹੀ ਵਧਾ ਲਓ। ਜਿਹੜੀ ਤੁਸੀਂ ਆਪਣੀ ਖੇਤੀ ਸ਼ੁਰੂ ਕੀਤੀ, ਤੁਹਾਡੇ ਕੋਲ ਕਿੰਨੇ ਏਕੜ ਆਪਣੀ ਜ਼ਮੀਨ ਆ ਜਿਹਦੇ ਵਿੱਚ ਤੁਸੀਂ ਫਸਲੀ ਚੱਕਰ ਚੋਂ ਨਿਕਲ ਕੇ ਇੰਨੀ ਕਮਾਈ ਸ਼ੁਰੂ ਕਰਨੀ ਕੀਤੀ? ਮੇਰੇ ਕੋਲ ਮੇਰੇ ਆਪਣੇ 9 ਤੇ 2 ਕਿੱਲੇ ਨੇ ਜੀ, ਅਤੇ ਜਿਹੜੀ ਮੈਂ ਖੇਤੀ ਕਰਦਾ ਸਿਰਫ 38 ਕਿੱਲੇ ਦੀ ਕਰ ਰਿਹਾ। ਮੈਂ ਕੀ ਕਰਦਾ, ਮੈਂ ਮੰਨ ਲਓ ਜਿਹੜੇ ਫਾਰਮਰ ਨੇ, ਮੰਨ ਲਓ ਕੋਈ NRI ਫਾਰਮਰ ਆ, ਉਹਨਾਂ ਦੀ ਜ਼ਮੀਨਾਂ ਨੇ, ਮੈਂ ਉਹਨਾਂ ਤੋਂ ਲੀਜ਼ 'ਤੇ ਲੈ ਲੈਂਦਾ, 10-10 ਸਾਲ 'ਤੇ ਲੀਜ਼ 'ਤੇ ਲੈ ਲਈਆਂ ਉਹਨਾਂ ਤੋਂ। ਉੱਥੇ ਮੈਂ ਬਾਗ ਸੈਟਅਪ ਕਰ ਲੈਂਦਾ। ਬਾਗ NRI ਨੂੰ ਮਤਲਬ ਉਹ ਖੁਦ ਵੀ ਚਾਹੁੰਦੇ ਨੇ NRI ਵੀ ਸਾਡਾ ਜਿਹੜਾ ਫਸਲ ਆ ਸਾਡੇ ਜਿਹੜੇ ਖੇਤਾਂ ਦੇ ਵਿੱਚ ਹਰਿਆਲੀ ਹੋਵੇ।
ਮੈਂ ਵੀ ਸੇਫ ਹਾਂ ਉਹਦੇ ਵਿੱਚ ਵੀ ਮੈਂ ਬਾਗ ਲਾਇਆ ਵੀ ਕੱਲ੍ਹ ਨੂੰ ਮੈਨੂੰ ਫਾਰਮਰ ਐਂ ਨਾ ਕਹਿ ਦੇਵੇ ਤੂੰ ਬਾਗ ਪੱਟ ਲਾ ਕਿਉਂਕਿ ਮੇਰੀ ਵੀ ਉਹਦੇ ਵਿੱਚ ਇਨਵੈਸਟਮੈਂਟ ਆ ਮੇਰੇ ਖਰਚੇ ਹੋਏ ਹੋਏ ਨੇ ਅਤੇ ਉਹਦੇ ਨਾਲ ਹੁੰਦਾ ਕੀ ਆ ਵੀ ਫਾਰਮਰ ਵੀ ਸੇਫ ਆ ਕਿਉਂਕਿ ਮੈਂ ਐਗਰੀਮੈਂਟ ਕੀਤਾ ਵੀ ਮੈਂ 10 ਸਾਲ ਲਈ ਤੇਰੀ ਜ਼ਮੀਨ ਲਈ ਆ ਲੀਜ਼ 'ਤੇ ਮੈਂ ਤੈਨੂੰ ਇੰਨੇ ਤਰੀਕ ਨੂੰ ਇੰਨਾ ਚੈੱਕ ਦਊਂਗਾ ਬਾਈ ਚੈੱਕ ਮੈਂ ਤੁਹਾਨੂੰ ਪੇਮੈਂਟ ਦਊਂਗਾ ਮੈਂ ਕੋਈ ਕੈਸ਼ ਸਿਸਟਮ ਨਹੀਂ ਰੱਖਦਾ ਕਿ ਚੈੱਕ ਦੇ ਦੁਬਾਰਾ ਪੇਮੈਂਟ ਦਿੰਦਾ ਅਗਲੇ ਨੂੰ ਉਹਦੇ ਨਾਲ ਅਗਲਾ ਵੀ ਸੇਫ ਆ। ਤੁਸੀਂ ਹੋਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਵੇਂ ਕਿ ਕਿਸਾਨ ਨੇ ਕਹਿੰਦੇ ਨੇ ਸਾਡੇ ਤਾਂ ਨਿਕਲ ਹੀ ਨਹੀਂ ਸਕਦੇ ਅਸੀਂ ਤਾਂ ਜਿਵੇਂ ਆ ਫਸਲ ਨੂੰ ਅੱਗ ਲਾਉਣੀ ਸਾਡੀ ਮਜਬੂਰੀ ਇਹਦੇ ਬਿਨਾਂ ਸਰਦਾ ਹੀ ਨਹੀਂ ਤੁਸੀਂ ਦੱਸਿਆ ਵੀ ਇਹ ਲਾਉਣ ਦੀ ਲੋੜ ਨਹੀਂ ਉਹ ਕਿਵੇਂ ਨਿਕਲਣੇ ਇਸ ਚੱਕਰ 'ਚੋਂ? ਦੇਖੋ ਜੀ ਇਹ ਤਾਂ ਹੌਸਲਾ ਕਰਨਾ ਪੈਣਾ। ਹੌਸਲਾ ਇੱਦਾਂ ਹੈ ਵੀ ਮੰਨ ਲਓ ਅੱਗ ਲਾ ਕੇ ਕੁਛ ਆਪਾਂ ਜ਼ਿਆਦਾ ਖੱਟ ਤਾਂ ਲੈਂਦੇ ਨਹੀਂ ਹੈਗੇ ਵੱਧ ਤੋਂ ਵੱਧ ਆਪਾਂ ਜੇ ਜ਼ਿਆਦਾ ਵੱਧ ਤੋਂ ਵੱਧ ਮੈਂ ਗੱਲ ਕਰਾਂ 1000 ਰੁਪਏ ਡੀਜ਼ਲ ਵੱਜ ਜੂਗਾ ਜਿਹੜਾ ਕਿਸਾਨ ਜਿਹਦੇ ਕਾਰਨ ਅੱਗ ਲਾਉਂਦੇ ਨੇ। ਪਰ ਜੋ ਮੇਰਾ ਇਹ ਮੰਨਣਾ ਵੀ ਜੇ 1000 ਰੁਪਏ ਦਾ ਡੀਜ਼ਲ ਆਪਾਂ ਵੱਧ ਜਾੜ ਦਿੰਦੇ ਹਾਂ ਪਰ ਉਹਨਾਂ ਆਪਣੀ ਅਗਲੀ ਫਸਲ ਦੇ ਵਿੱਚ ਆਪਾਂ ਨੂੰ ਬਾਇਬੈਕ ਮਿਲ ਜਾਂਦਾ। ਮੰਨ ਲਓ 2 ਕੁਆਂਟਲ ਦਾ ਹੀ ਤੁਹਾਡਾ ਝਾੜ ਵੱਧ ਗਿਆ ਤਾਂ ਤੁਹਾਡਾ ਡੀਜ਼ਲ ਪੂਰਾ ਹੋ ਜਾਂਦਾ। ਉਸ ਤੋਂ ਚੰਗਾ ਵੀ ਉਹਨੂੰ ਡੀਕੰਪੋਜ਼ ਕਰਕੇ ਜਿਹੜੀ ਉਹ ਵਿੱਚ ਵੇਸਟੇਜ ਪਈ ਆ ਉਹਨੂੰ ਖੇਤ ਦੇ ਵਿੱਚ ਵਰਤਿਆ ਜਾਵੇ। ਖੇਤ ਦਾ ਮੈਂ ਫਸਲ ਤੁਹਾਨੂੰ ਵਿੱਚ ਟੋਕਦਾ ਜਿਵੇਂ ਕਿ ਜਿਹੜੇ ਫਸਲਾਂ ਨੂੰ ਕੋਈ ਨੁਕਸਾਨ ਜਿਹੜੀ ਧਰਤੀ ਹੈ ਇਹਨੂੰ ਵੀ ਕੋਈ ਨੁਕਸਾਨ ਹੁੰਦਾ ਜਿਵੇਂ ਕਿ ਅੱਗ ਲਾਉਂਦੇ ਨੇ ਉਹਦੇ ਨਾਲ ਕੀ ਨੁਕਸਾਨ ਹੁੰਦੇ ਨੇ ਕੀ ਤੁਸੀਂ ਇਹਦੇ ਨਾਲ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਉਹਦੀ ਪਰਤ ਉੱਪਰ ਜਿੰਨਾ ਵੀ ਉਹਦੇ 'ਚ ਗੰਡੋਆ ਖੇਤ ਦੇ ਵਿੱਚ ਉਹ ਖਤਮ ਹੋ ਜਾਂਦਾ। ਜਦੋਂ ਇੱਕ ਸੇਕ ਇੱਕ ਹੀਟ ਜਾਣਾ ਜਿਹਨੇ ਇੱਕ ਫ੍ਰੀ ਦੇ ਵਿੱਚ ਕੁਦਰਤ ਨੇ ਗਿਫਟ ਆਪਾਂ ਨੂੰ ਦਿੱਤਾ ਹੈ ਗੰਡੋਏ ਦਾ ਜਦੋਂ ਇੱਕ ਸੇਕ ਲੱਗੇਗਾ ਤੁਹਾਡੇ ਖੇਤ 'ਚੋਂ ਗੰਡੋਆ ਖਤਮ ਹੋ ਜਾਏਗਾ ਜੋ ਤੁਹਾਡਾ ਖੇਤ ਨੂੰ ਇੱਕ ਬਹੁਤ ਜ਼ਿਆਦਾ ਉਪਜਾਊ ਕਰਦਾ। ਪਹਿਲੀ ਉਹ ਨੁਕਸਾਨ ਹੋ ਗਈ ਆਪਣਾ। ਉਹ ਨੁਕਸਾਨ ਹੋਣ ਦੇ ਨਾਲ ਵੀ ਜੇ ਆਪਾਂ ਅੱਗ ਨਹੀਂ ਲਾਉਂਦੇ ਤਾਂ ਆਪਣਾ ਜੈਵਿਕ ਮਾਦਾ ਜੈਵਿਕ ਕਾਰਬਨ ਵੱਧ ਜਾਏਗਾ ਉਹਦੇ ਨਾਲ ਆਪਣਾ ਝਾੜ ਵੱਧ ਜਾਏਗਾ। ਕੋਈ ਵੀ ਤੁਸੀਂ ਫਸਲ ਦੇਖਦੇ ਹੋ ਤੁਹਾਡੇ ਜ਼ਮੀਨ ਦਾ ਹਾਰਡਪਨ ਜਿਵੇਂ ਮੰਨ ਲਓ ਜੀਰੀ ਲਾ ਰਹੇ ਆਪਾਂ ਲਗਾ ਉਹ ਹਾਰਡ ਹੋ ਜਾਂਦੀ ਜ਼ਮੀਨ ਉਹਦੀ ਉੱਪਰਲੀ ਪਰਤ 1-2 ਫੁੱਟ ਤੋਂ ਬਾਅਦ ਇੰਨੀ ਕੁ ਜ਼ਿਆਦਾ ਹਾਰਡ ਆ ਵੀ ਉਹ ਪਾਣੀ ਵੀ ਥੱਲੇ ਨਹੀਂ ਆਉਂਦਾ। ਪਾਣੀ ਆਪਾਂ ਕਹਿੰਦੇ ਪਾਣੀ ਦੀ ਪ੍ਰੋਬਲਮ ਆ ਗਈ ਜੀਰੀ ਲੱਗ ਜਾਂਦੀ ਹੈ ਪਾਣੀ ਥੱਲੇ ਜਾ ਰਹੇ ਨੇ ਉਹਦਾ ਮੇਨ ਕਾਰਨ ਇਹ ਹੈ ਜੀ ਕਿ ਪਾਣੀ ਥੱਲੇ ਲੀਕੇਜ ਹੋ ਕੇ ਧਰਤੀ 'ਚ ਨਹੀਂ ਜਾ ਪਾਉਂਦਾ ਵਾਸ਼ਪ ਹੋ ਕੇ ਉੱਡ ਜਾਂਦਾ ਉੱਪਰ। ਜਿਵੇਂ ਸਾਡੇ ਕਿਸਾਨ ਨੇ ਖੁਦਕੁਸ਼ੀਆਂ ਕਰ ਰਹੇ ਨੇ ਅਤੇ ਪਾਣੀ ਵੀ ਇਹ ਥੱਲੇ ਜਾ ਰਿਹਾ ਅਤੇ ਜਿਹਦੇ ਕਰਕੇ ਉਹਨਾਂ ਨੂੰ ਬੋਰਾਂ ਥੱਲੇ ਕਰਾਉਣੇ ਪੈਂਦੇ ਨੇ ਹੋਰ ਨੇ ਉਹਨਾਂ ਦੀਆਂ ਮਜਬੂਰੀਆਂ ਕੀ ਕਾਰਨ ਆ ਜਿਵੇਂ ਇਹਨੂੰ ਕਿਵੇਂ ਬਚਾਇਆ ਜਾਂਦਾ ਪਾਣੀ ਨੂੰ ਵੀ ਜਿਹੜਾ ਖੇਤਾਂ 'ਚ? ਇਹ ਤਾਂ ਜੀ ਵੱਧ ਤੋਂ ਵੱਧ ਬਾਗਬਾਨੀ ਦੇ ਵਿੱਚ ਆਇਆ ਜਾਵੇ ਕਿਉਂਕਿ ਇਹਦੇ ਲਈ ਸਰਕਾਰ ਵੀ ਤੁਹਾਨੂੰ ਕਾਫੀ ਸਬਸਿਡੀ ਦਿੰਦੀ ਹੈ। ਤੁਸੀਂ ਮੰਨ ਲਓ ਡ੍ਰਿਪ ਐਲੀਗੇਸ਼ਨ ਦੇ ਉੱਤੇ ਆ ਜਾਓ। ਮੈਂ ਡ੍ਰਿਪ 'ਤੇ ਅਜੇ ਫਿਲਹਾਲ ਨਹੀਂ ਆਇਆ ਕਿਉਂਕਿ ਮੈਂ ਜਿਹੜਾ ਪਾਣੀ ਹੈ ਜਿਵੇਂ ਮੇਰੇ ਕੋਲ ਨਿੰਬੂ ਜਾਤੀ ਦੀ ਜ਼ਿਆਦਾ ਪ੍ਰਜਾਤੀ ਹੈ ਇਹਨੂੰ ਪਾਣੀ ਬਹੁਤ ਜ਼ਿਆਦਾ ਘੱਟ ਚਾਹੀਦਾ ਹੁੰਦਾ। ਇਹਨੂੰ ਪੂਰੇ ਸਾਲ ਦੇ ਵਿੱਚ 3 ਤੋਂ 4 ਪਾਣੀ ਚਾਹੀਦੇ ਜਦੋਂ ਬਾਗ ਸੈਟਅਪ ਹੋ ਗਿਆ। ਇਸ ਲਈ ਮੈਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ। ਬਸ ਮੰਨ ਲਓ ਤੁਸੀਂ ਕੋਈ ਵੀ ਲਾ ਲੈਂਦੇ ਹੋ ਮੰਨ ਲਓ ਕੇਲਾ ਲਾ ਲਿਆ ਕੇਲੇ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ। ਕੇਲਾ ਵੀ ਤੁਹਾਡਾ 1 ਸਾਲ ਦੇ ਵਿੱਚ ਤਕਰੀਬਨ 3 ਤੋਂ 4 ਲੱਖ ਰੁਪਏ ਦੀ ਇਨਕਮ ਦਿੰਦਾ ਪਰ ਕੀ ਆ ਵੀ 11 ਮਹੀਨੇ ਦੀ ਵੇਟਿੰਗ ਆ। G9 ਬੈਟੀ ਹੈ 11 ਮਹੀਨੇ ਦੀ ਵੇਟਿੰਗ ਹੈ ਉਸ ਤੋਂ ਬਾਅਦ ਕੀ ਇਹ ਲੌਂਗ ਲਾਈਫ ਹੈ ਤੁਹਾਡੀ ਲਾਈਫ ਤੋਂ ਵੀ ਵੱਧ ਲੰਬਾ ਸਮੇਂ ਤੱਕ ਤੁਸੀਂ ਇਹਨੂੰ ਰੱਖ ਸਕਦੇ ਹੋ। ਜਿਵੇਂ ਕੇਲਾ ਜਿਹੜਾ ਉਹਦੀ ਫਸਲ ਤਾਂ ਪੰਜਾਬ ਦੇ ਵਿੱਚ ਬਹੁਤ ਘੱਟ ਲੋਕ ਕਰਦੇ ਨੇ ਬਹੁਤ ਦੇਖਿਆ ਵੀ ਹੈ ਨਹੀਂ ਕਿ ਘੱਟ ਕਰਦੇ ਨੇ ਉਹਨੂੰ ਕਿਵੇਂ ਤੁਸੀਂ ਇੱਥੇ ਜਿਹੜੀ ਪੈਦਾਵਾਰ ਕਹਿੰਦੇ ਪੰਜਾਬ 'ਚ ਘੱਟ ਹੁੰਦੀ ਕਿਵੇਂ ਹੋਊਗੀ ਉਰੇ ਫਿਰ? ਨਹੀਂ ਸਰ ਬਿਲਕੁਲ ਹੋ ਜਾਏਗੀ। ਸਾਡੇ ਆਪਣੇ ਬਾਗ ਨੇ ਸੈਟਅਪ ਨੇ ਸਾਡੇ ਬਹੁਤ ਜਗ੍ਹਾ ਬਾਗ ਲੱਗੇ ਹੋਏ ਨੇ ਜਿਵੇਂ ਝਾੜ ਸਾਹਿਬ ਦੇ ਵਿੱਚ ਬਾਗ ਲੱਗਿਆ ਹੈ। ਤੁਸੀਂ ਜਦੋਂ ਸਮਰਾਲੇ ਤੋਂ ਅੱਗੇ ਨੂੰ ਜਾਓਗੇ ਰੋਲੇ ਪਿੰਡ ਦੇ ਵਿੱਚ ਸਾਡਾ 2 ਏਕੜ 'ਚ ਬਾਗ ਲੱਗਿਆ ਹੋਇਆ ਮੇਹਰਦੀਪ ਨੇ ਵੀਰ ਉਹਨਾਂ ਦਾ ਲਵਾਇਆ ਹੋਇਆ ਆਪਣੇ ਉਹ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਸੈੱਟ ਹੋਏਗੀ ਕਿ ਵੀ ਕੇਲਾ ਔਰ ਪੰਜਾਬ ਦਾ ਕੇਲਾ ਕੇਰਲਾ ਦੇ ਕੇਲੇ ਨੂੰ ਮਾਤ ਦੇਗਾ ਇੰਨੇ ਜ਼ਿਆਦਾ ਕੁਆਲਿਟੀ ਦਿਖਾ। ਇਸ ਵਾਰ ਅਸੀਂ ਵੇਚਿਆ ਇਹ ਲੋਕਡਾਊਨ ਦੇ ਵਿੱਚ ਵੇਚਿਆ ਸਾਡਾ ਕੇਲਾ ਬਹੁਤ ਵਧੀਆ ਵੇਚਿਆ ਬਹੁਤ ਸੋਹਣਾ ਕੇਲਾ ਹੋਇਆ ਸੀਗਾ। ਔਰ ਚੱਕਰ ਕੀ ਹੈ ਜੀ ਤੁਹਾਨੂੰ ਭਰੋਸਾ ਤਾਂ ਕਿਸੇ 'ਤੇ ਕਰਨਾ ਹੀ ਪਏਗਾ। ਫਸਲੀ ਚੱਕਰ ਨੂੰ ਆਉਣ ਲਈ ਸਾਡੀ ਹੈਲਪ ਲੈ ਲਓ ਜਾਂ PAU ਦੀ ਹੈਲਪ ਲੈ ਲਓ ਕਿਸੇ ਨਾ ਕਿਸੇ ਦੀ ਹੈਲਪ ਲੈ ਕੇ ਤੁਹਾਨੂੰ ਇਸ ਸੈਕਟਰ ਦੇ ਵਿੱਚ ਆਉਣਾ ਪਏਗਾ ਤਾਂ ਤੁਸੀਂ ਮੰਨ ਲਓ ਕੇਲਾ ਕਿਤੇ ਪੰਜਾਬ 'ਚ ਥੋੜ੍ਹੀ ਲੱਗਦਾ ਜੀ ਬਹੁਤ ਜ਼ਿਆਦਾ ਕੇਲੇ ਦੀ ਖਪਤ ਪੰਜਾਬ 'ਚ ਜੇ ਲੱਗਿਆ ਹੋਇਆ ਜੀ ਮੈਂ ਗੱਲ ਕਰਾਂ ਪੂਰੇ ਪੰਜਾਬ ਦੇ ਵਿੱਚ 7 ਤੋਂ 10 ਕਿੱਲੇ ਲੱਗੇ ਹੋਣਗੇ ਕੇਲੇ ਦੇ। ਚਾਹੀਦਾ ਕਿੰਨਾ ਜੇ 10,000 ਏਕੜ ਵੀ ਲੱਗ ਜਾਵੇ ਤਾਂ ਪੰਜਾਬ ਦਾ ਪੰਜਾਬ ਦਾ ਹੀ ਕੇਲਾ ਨਹੀਂ ਪੂਰਾ ਕਰ ਸਕਦੇ। ਚੀਕੂ ਲਾ ਲਓ ਇਸ ਤਰ੍ਹਾਂ ਚੀਕੂ ਆ ਚੀਕੂ ਦੀ ਫਸਲ ਇੱਕ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਜੋ ਤਕਰੀਬਨ ਸਾਲ ਦੇ ਵਿੱਚ 8 ਮਹੀਨੇ ਹਾਰਵੈਸਟਿੰਗ ਹੋ ਜਾਂਦੀ ਹੈ ਉਹਦੀ। ਨਹੀਂ ਫਿਰ ਕਿਉਂ ਲੋਕ ਜਿਹੜੇ ਕਿਸਾਨ ਨੇ ਫਸਲੀ ਚੱਕਰ 'ਚੋਂ ਕਿਉਂ ਨਹੀਂ ਨਿਕਲਦੇ ਹੈਗੇ ਜਿਵੇਂ ਕਿ ਸਰਕਾਰਾਂ ਕਹਿੰਦੀਆਂ ਨੇ ਵੀ ਇਸ ਫਸਲੀ ਚੱਕਰ 'ਚੋਂ ਨਿਕਲੋ ਤੁਸੀਂ ਵੀ ਅਸੀਂ ਸਬਸਿਡੀਆਂ ਵੀ ਦੇਵਾਂ ਕਿਉਂ ਨਹੀਂ ਨਿਕਲਦੇ ਕਿਉਂ ਨਹੀਂ ਕੋਸ਼ਿਸ਼ ਕਰਦੇ ਹੈਗੇ ਕੀ ਕਾਰਨ ਨੇ? ਸਰ ਮੇਨ ਹੁੰਦਾ ਵੈਰਾਈਟੀ। ਮੰਨ ਲਓ ਕੇਲੇ ਦੀ ਵੈਰਾਈਟੀ ਹੈ ਜੇ ਉਹ ਆਪਾਂ ਨੂੰ ਸਹੀ ਨਹੀਂ ਮਿਲੀ ਜਾਂ ਆਪਾਂ ਨੂੰ ਗਾਈਡਨੈਸ ਨਹੀਂ ਮਿਲੀ ਹੈਗੀ ਵੀ ਕਿਸ ਸਮੇਂ ਆਪਾਂ ਨੇ ਪੋਟਾਸ਼ ਦੇਣੀ ਹੈ ਜਾਂ ਕਿਸ ਸਮੇਂ ਆਪਾਂ ਨੇ ਇਹਦੇ ਵਿੱਚ ਕੈਲਸ਼ੀਅਮ ਦੇਣੀ ਹੈ ਬੋਰੋਨ ਕਿਸ ਸਮੇਂ ਦੇਣੀ ਹੈ ਜਿਹੜੀ ਡੈਫੀਸ਼ੀਐਂਸੀ ਆਉਂਦੀ ਮੰਨ ਲਓ ਇੱਕ ਫਾਰਮਰ ਆ ਜੇ ਉਹਨੂੰ ਇੱਕ ਵਾਰ ਘੱਟ ਪੈ ਗਿਆ ਤਾਂ ਉਹਨੂੰ ਦੇਖ ਕੇ ਸਾਰਾ ਪਿੰਡ ਨੈਗੇਟਿਵ ਹੋ ਜਾਂਦਾ। ਸਰਕਾਰ ਨੂੰ ਚਾਹੀਦਾ ਵੀ ਜੇ ਕੋਈ ਕਿਸਾਨ ਫਾਰਮਰ ਇੱਧਰ ਨੂੰ ਆਉਂਦਾ ਤਾਂ ਉਹਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਜਾਵੇ ਤਾਂ ਕਿ ਉਹਨੂੰ ਐਗਜ਼ਾਮਪਲ ਸੈੱਟ ਹੋ ਜਾਵੇ ਬਾਕੀ ਬੰਦਿਆਂ ਲਈ ਵੀ ਹਾਂ ਇਹ ਬੰਦੇ ਨੇ ਹੋਰਾਂ ਦੇ ਨਾਲ ਵੱਧ ਫਸਲ ਕੱਢੀ ਆ ਤਾਂ ਕਿ ਹੋਰ ਬੰਦੇ ਵੀ ਹੌਸਲਾ ਕਰਨ। ਮੰਨ ਲਓ ਇੱਕ ਬੰਦਾ ਸ਼ੁਰੂਆਤ ਕਰਦਾ ਇੱਕ ਪਿੰਡ ਦੇ ਵਿੱਚ ਉਹਨੂੰ ਦੇਖ ਕੇ 10 ਬੰਦੇ ਕਹਿੰਦੇ ਨੇ ਵੀ ਜੀ ਇਹਦਾ ਸਹੀ ਰਿਹਾ ਅਸੀਂ ਤਾਂ ਲਾਵਾਂਗੇ ਜੀ ਉਹਦਾ ਸਹੀ ਹੋਊਗਾ ਤਾਂ ਹੀ ਲੱਗੂਗਾ। ਸਰਕਾਰ ਦੀ ਇਹ ਹੋਣਾ ਚਾਹੀਦਾ ਵੀ ਉਹ ਬੰਦੇ ਦੀ ਹੈਲਪ ਕੀਤੀ ਜਾਵੇ ਉਹਨੂੰ ਦੱਸਿਆ ਜਾਵੇ ਵੀ ਇਹਦੇ ਵਿੱਚ ਇਸ ਟਾਈਮ ਕਿਸ ਚੀਜ਼ ਦੀ ਡੈਫੀਸ਼ੀਐਂਸੀ ਆ ਰਹੀ ਹੈ ਕੈਲਸ਼ੀਅਮ ਦੇਣਾ ਬੋਰਨ ਦੇਣਾ ਜਾਂ ਮੈਗਨੀਸ਼ੀਅਮ ਦੇਣਾ ਪਾਣੀ ਕਿੰਨੇ ਦਿਨ ਬਾਅਦ ਦੇਣਾ ਉਹਨੂੰ ਸਿਖਾਇਆ ਕਿਉਂਕਿ ਫਾਰਮਰ ਰਿਸਕ ਲੈ ਲੈਂਦਾ ਬਹੁਤ ਫਾਰਮਰ ਰਿਸਕ ਲੈ ਲੈਂਦੇ ਨੇ ਪਰ ਕੀ ਹੈ ਵੀ ਉਹਨੂੰ ਗਾਈਡਨੈਸ ਨਾ ਹੋਣ ਦੇ ਕਾਰਨ ਉਹ ਬੈਕਫੁੱਟ 'ਤੇ ਚਲੇ ਜਾਂਦਾ।
ਤੁਸੀਂ ਕੀ ਮੈਸੇਜ ਦੇਣਾ ਚਾहेंगे ਆਪਣੇ ਕਿਸਾਨ ਭਰਾਵਾਂ ਨੂੰ ਵੀ ਜਿਹੜੇ ਫਸਲੀ ਚੱਕਰ ਚੋਂ ਨਿਕਲਣ, ਤਾਂ ਜੋ ਉਹ ਵੀ ਲਾਹੇਵੰਦ ਧੰਦਾ ਤੁਹਾਡੇ ਵਾਂਗੂ ਕਰ ਸਕਣ? ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਥੋੜ੍ਹੇ ਜਿਹੇ ਚਾਹੇ ਇੱਕ ਕਨਾਲ ਤੋਂ ਸ਼ੁਰੂ ਕਰ ਲੈਣ। ਮੰਨ ਲਓ ਇੱਕ ਕਨਾਲ, ਇੱਕ ਮੰਨ ਲਓ 2 ਕਿੱਲੇ ਵਾਲਾ ਫਾਰਮਰ ਦੀ ਐਗਜ਼ਾਮਪਲ ਲੈ ਲੈਂਦੇ ਆਪਾਂ। 2 ਕਿੱਲੇ ਵਾਲਾ ਫਾਰਮਰ ਆ, ਉਹਦੀ ਜਿਹੜੀ ਵੈਸੇ ਇਨਕਮ ਆਪਾਂ ਲੱਖ ਰੁਪਏ ਤੋਂ ਉੱਪਰ ਨਹੀਂ ਮੰਨਦੇ ਹੈਗੇ। ਉਹ 2 ਕਿੱਲੇ ਦੇ ਵਿੱਚੋਂ ਸਿਰਫ ਇੱਕ ਕਨਾਲ ਮੇਰੇ ਕਿਸੇ ਤੇ ਛੱਡ ਲਵੇ, ਇੱਕ ਕਨਾਲ, ਉਹਦੇ ਵਿੱਚ 50 ਕੁ ਪਲਾਂਟ ਲਾ ਲਵੇ, 50 ਪਲਾਂਟ ਲਾ ਲਵੇ ਅਲੱਗ-ਅਲੱਗ ਤਰ੍ਹਾਂ ਦੇ ਫਰੂਟ ਦੇ। ਉਹਦੇ 50 ਇਹ ਇੱਕ ਕਨਾਲ ਦੇ ਵਿੱਚ ਆਪਣੀ ਉਹਨੂੰ ਜਾਣੀ ਕਿ ਇਨਕਮ ਜਿਹੜੀ ਮੈਂ ਗੱਲ ਕਰਾਂ ਤਾਂ ਉਹਦੀ ਇਨਕਮ ਇੱਕ ਕਨਾਲ ਤੋਂ ਤਕਰੀਬਨ 40 ਤੋਂ 45 ਹਜ਼ਾਰ ਰੁਪਏ ਦੀ ਹੋਏਗੀ। ਅਤੇ ਉਹਦੇ ਵਿੱਚ ਉਹ ਫਸਲ ਵੀ ਲਾਏਗਾ, ਉਹਦੇ ਘਰ ਲਈ ਸਬਜ਼ੀ ਵੀ ਹੋਏਗੀ, ਉਹਦੇ ਬੱਚਿਆਂ ਲਈ ਸਾਰਾ ਸਾਲ ਦਾ ਫਰੂਟ ਵੀ ਹੋਏਗਾ, ਔਰ ਉਹਦਾ ਹੌਸਲਾ ਹੋ ਜਾਏਗਾ ਅਗਲੀ ਵਾਰ ਤੋਂ ਵੀ ਮੈਂ ਇਸ ਚੀਜ਼ ਨੂੰ ਵਧਾ ਸਕਦਾ। ਪਰ ਬਸ਼ਰਤੇ ਵੀ ਉਹਦਾ ਜਿਹੜਾ ਪਲਾਂਟ ਆ ਵੀ ਉਹ ਕਿਸੇ ਵਧੀਆ ਨਰਸਰੀ ਤੋਂ ਜਾਂ ਵਧੀਆ ਕਿਸੇ ਅਦਾਰੇ ਤੋਂ, ਗੌਰਮੈਂਟ ਤੋਂ ਰਾਇ ਲੈ ਕੇ ਲਾਵੇ, ਤਾਂ ਕਿ ਪਲਾਂਟ ਗਲਤ ਹੋ ਗਿਆ ਤਾਂ ਪੋਸੀਬਲ ਨਹੀਂ ਹੈ ਕੁਛ ਵੀ ਫਿਰ। ਤੇ ਹੋਰ ਕੀ ਮੈਸੇਜ ਦੇਣਾ ਚਾहेंगे ਵੀ ਜਿਹੜੀ ਆਰਗੈਨਿਕ ਖੇਤੀ ਵੱਲ ਜਿਹੜੇ ਸਾਡੇ ਨੌਜਵਾਨ ਨੇ ਬਾਹਰ ਨੂੰ ਭੱਜੀ ਆ ਰਹੇ ਨੇ, ਖੇਤੀ ਨਹੀਂ ਕਰ ਰਹੇ, ਉਹਨੂੰ ਕੀ ਮੈਸੇਜ ਦੇਂਗੇ ਤੁਸੀਂ? ਬਾਹਰ ਜੋ ਬਾਹਰ ਦੀ ਗੱਲ ਕਰਦੇ ਹਾਂ ਤਾਂ ਮੇਰੀ ਫੈਮਿਲੀ 'ਚੋਂ 17 ਜਣੇ ਬਾਹਰ ਨੇ, ਇਟਲੀ ਦੇ ਵਿੱਚ ਨੇ। ਅਤੇ ਪਰ ਮੇਰੀ ਇੱਛਾ 1% ਵੀ ਬਾਹਰ ਜਾਣ ਦੀ ਨਹੀਂ ਹੈਗੀ। ਮੈਂ ਕੀ ਚਾਹੁੰਦਾ ਵੀ ਮੈਂ ਇੱਥੇ ਆਪਾਂ ਇੱਕ ਲੋਕਾਂ ਲਈ ਐਗਜ਼ਾਮਪਲ ਸੈੱਟ ਕਰ ਸਕੀਏ ਵੀ ਤੁਸੀਂ ਫੋਰਨ ਤੋਂ ਵੱਧ ਕਮਾ ਸਕਦੇ ਹੋ। ਮੰਨ ਲਓ ਬਾਹਰ ਦੁਬਈ 'ਚ ਗਿਆ ਬੰਦਾ, ਮੰਨ ਲਓ 60-70 ਹਜ਼ਾਰ ਮੈਕਸੀਮਮ ਡਰਾਈਵਰ ਦੀ ਤਨਖਾਹ ਹੈ। ਜੇ ਮੈਂ ਇਟਲੀ ਦੀ ਗੱਲ ਕਰ ਲਵਾਂ ਤਾਂ ਇਟਲੀ ਦੇ ਵਿੱਚ 1 ਤੋਂ 1.5 ਲੱਖ ਰੁਪਏ ਬੰਦਾ ਕਮਾਉਂਦਾ। ਜੇ ਬੰਦਾ ਉਰੇ ਸਹੀ ਤਰੀਕੇ ਨਾਲ ਖੇਤੀ ਕਰਦਾ ਤਾਂ 1 ਤੋਂ 1.5 ਲੱਖ ਰੁਪਏ ਤਾਂ ਕੋਈ ਬੜੀ ਗੱਲ ਨਹੀਂ ਹੈਗੀ, ਆਰਾਮ ਨਾਲ ਈਜ਼ੀ ਕਮਾਇਆ ਜਾ ਸਕਦਾ। ਬਸ ਬਸ਼ਰਤੇ ਕੀ ਆ ਵੀ ਥੋੜ੍ਹਾ ਜਿਹਾ ਮਾਰਕੀਟਿੰਗ ਸਿੱਖ ਲਵੇ, ਥੋੜ੍ਹਾ ਜਿਹਾ ਆਪਣੇ ਜੋ ਟਰੈਂਡ ਦੇ ਵਿੱਚ ਹੈਗਾ ਉਹ ਟਰੈਂਡ ਨੂੰ ਚੇਂਜ ਕਰ ਲਵੇ। ਸੜਕਾਂ ਦੇ ਉੱਤੇ ਬਹਿ ਕੇ ਜਾਂ ਬੋਰਡਾਂ 'ਤੇ ਬਹਿ ਕੇ, ਮੋੜਾਂ 'ਤੇ ਬਹਿ ਕੇ ਕੰਮ ਨਹੀਂ ਬਣਨਾ, ਉਹ ਤਾਂ ਫਿਰ ਖੇਤ 'ਚ ਆਉਣਾ ਪੈਣਾ, ਤਾਂ ਗੱਲ ਬਣਨੀ। ਅਸੀਂ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਜੀ, ਜਿਹੜੇ ਕਿ ਫਸਲੀ ਚੱਕਰ ਚੋਂ ਨਿਕਲ ਕੇ ਬਾਗਬਾਨੀ ਵੱਲ ਆਏ ਤੇ ਉਹਨਾਂ ਨੇ ਆਰਗੈਨਿਕ ਖੇਤੀ ਸ਼ੁਰੂ ਕੀਤੀ। ਉਹਨਾਂ ਕੋਲ ਸਿਰਫ 2 ਕਿੱਲੇ ਹੀ ਜ਼ਮੀਨ ਦੇ ਆਪਣੇ ਨੇ, ਤੇ ਉਹ ਪਹਿਲਾਂ 8 ਲੱਖ ਰੁਪਏ ਦੀ ਨੌਕਰੀ ਵੀ ਕਰਦੇ ਸੀ, ਹੁਣ ਉਹ ਛੱਡ ਕੇ ਇਸ ਚੋਂ ਨਿਕਲਿਆ। ਤੇ ਉਹਨਾਂ ਨੇ ਦੱਸਿਆ ਕਿ ਵੀ ਜਦ ਤੋਂ ਮੈਂ ਬਾਗਬਾਨੀ ਦੇ ਕਿੱਤੇ ਦੇ ਵਿੱਚ ਆਇਆ ਤਾਂ ਮੈਂ 8 ਲੱਖ ਤੋਂ ਵੱਧ ਰੁਪਏ ਕਮਾ ਲੈਣਾ। ਤੇ ਇੱਕ ਉਹਨਾਂ ਨੇ ਹੋਰ ਵੀ ਐਗਜ਼ਾਮਪਲ ਸੈੱਟ ਕੀਤੀ ਆ ਕਿ 7 ਤੋਂ 8 ਲੱਖ ਰੁਪਈਆ ਪਰ ਏਕੜ ਮੇਰੀ ਕਮਾਈ ਹੋ ਜਾਂਦੀ ਹੈ, ਜਦ ਕਿ ਜਿਹੜੇ ਕਿਸਾਨ ਨੇ ਉਹ ਲੱਖ ਰੁਪਈਆ ਵੀ ਇਨਕਮ ਕਿੱਲੇ ਤੋਂ ਨਹੀਂ ਕਰਦੇ। ਇਹੀ ਇਹਨਾਂ ਦਾ ਕਹਿਣਾ ਕਿ ਆਰਗੈਨਿਕ ਖੇਤੀ ਦੇ ਵਿੱਚ ਆਓ, ਤਾਂ ਜੋ ਨਾਲੇ ਤਾਂ ਆਪਣੀਆਂ ਜਿਹੜੀਆਂ ਨੇ ਪੀੜ੍ਹੀਆਂ ਉਹਨਾਂ ਨੂੰ ਬਚਾ ਸਕਾਂਗੇ। ਪਾਣੀ ਘੱਟ ਲੱਗਦਾ ਹੈ ਤੇ ਜਿਹੜੀਆਂ ਖਾਦਾਂ ਨੇ ਜਿਹੜੀਆਂ ਉਹ ਆਪਣੇ ਜੀਵਨ ਨੂੰ ਨਸ਼ਟ ਕਰਦੀਆਂ ਨੇ, ਇਹਨਾਂ ਤੋਂ ਬਚਣ ਲਈ ਆਰਗੈਨਿਕ ਖੇਤੀ ਵੇਲੇ ਆਉਣ ਦੀ ਲੋੜ ਹੈ ਤੇ ਕਿਸਾਨੀ ਨੂੰ ਬਚਾਇਆ ਜਾ ਸਕੇਗਾ। ਸਮਰਾਲਾ ਤੋਂ ਵਿਪਨ ਭਾਰਦਵਾਜ, ਜਗਬਾਣੀ TV।